ਅਮਰਦਾਸ ਗੁਰ ਹਿਰਦੇ ਧਿਆਉ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾ ਪਰਮ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸਦਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸਦਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਲ ਕਮਲ ਦਲ ਲਲਿਤ ਚਖ ਸੁਰ ਸਰ ਜਲ ਸਮਦੇਹ ਕਰਨਹਾਰ ਮੰਗਲ ਸਕਲ ਨਮః ਚਰਨ ਪਰ ਦੇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਧੂੜ ਮੱਥੇ ਲਾ ਰਹੇ ਹੋ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਮਹਾਂਪੁਰਸ਼ ਬ੍ਰਹਮ ਗਿਆਨੀ ਪਰਮੇਸ਼ਰ ਦਾ ਹੀ ਰੂਪ ਹੁੰਦੇ ਹਨ। ਹਰ ਹਰ ਜਨ ਦੋਈ ਏਕ ਹੈ ਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸਮਾਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਮਹਾਂਪੁਰਸ਼ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਜਿਨ੍ਹਾਂ ਦੇ ਵਿੱਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੈ, ਕਿਉਂਕਿ ਪਰਮੇਸ਼ਰ ਦੇ ਸਰੂਰ ਵਿੱਚੋਂ ਹੀ ਸਰੀਰ ਪ੍ਰਗਟ ਹੋਇਆ। ਅਨੇਕਾਂ ਤਰ੍ਹਾਂ ਦੇ ਤਪਸਵੀ ਮਹਾਤਮਾ ਸਾਧੂ ਸੰਸਾਰ ਵਿੱਚ ਹੋਏ, ਸਾਰਿਆਂ ਦਾ ਸਤਿਕਾਰ ਹੈ, ਪਰ ਬਾਬਾ ਸ੍ਰੀ ਚੰਦ ਜੀ ਵਰਗਾ ਬਣਨਾ ਮੁਸ਼ਕਲ ਹੈ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਵਿੱਚੋਂ ਹੀ ਪੈਦਾ ਹੋਏ। ਗੁਰੂ ਨਾਨਕ ਦੇਵ ਆਦਿ ਨਿਰੰਜਨ ਹੈ ਗੁਰੂ ਨਾਨਕ, ਪਰਮੇਸ਼ਰ ਦਾ ਹੀ ਰੂਪ ਗੁਰੂ ਨਾਨਕ ਦੇਵ ਜੀ ਹਨ। ਤੇ ਤਿਨਾਂ ਦੇ ਸਾਹਿਬਜ਼ਾਦੇ, ਕਿਉਂਕਿ ਪੁੱਤਰ ਤੋਂ ਪਿਆਰਾ ਕੋਈ ਨਹੀਂ ਹੁੰਦਾ ਸੰਸਾਰ ਵਿੱਚ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਗੋਦੀ ਵਿੱਚ ਲਡਾਇਆ, ਪਿਆਰ ਦਿੱਤਾ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ। ਗੁਰਦੁਆਰਾ ਸਾਹਿਬ ਗਰੀਨਵੁੱਡ ਦੀਆਂ ਸੰਗਤਾਂ ਵਡਭਾਗੀਆਂ ਹਨ। ਸਾਰੀਆਂ ਸੰਗਤਾਂ ਮਹਾਂਪੁਰਸ਼ਾਂ ਦਾ, ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਦਾ ਜਨਮ ਦਿਹਾੜਾ ਮਨਾ ਰਹੀਆਂ, ਅਵਤਾਰ ਪੁਰਬ ਮਨਾ ਰਹੀਆਂ।
ਉਹਨਾਂ ਦੀ ਕਥਾ ਸਰਵਣ ਕਰਨੀ ਚਾਹੁੰਦੀਆਂ ਹਨ। ਸੋ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਦਾ ਜਨਮ ਕਿਵੇਂ ਹੋਇਆ, ਇਹ ਕਥਾ ਅੱਜ ਆਪਾਂ ਸਰਵਣ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰੋ। ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ, ਧੰਨ ਬੇਬੇ ਨਾਨਕੀ ਜੀ, ਧੰਨ ਮਾਤਾ ਸੁਲੱਖਣੀ ਜੀ, ਧੰਨ ਗੁਰੂ ਨਾਨਕ ਦੇਵ ਜੀ, ਉਹ ਸਾਧ ਸੰਗਤ ਜੀ, ਸਮਾਂ, ਉਹ ਵਾਤਾਵਰਣ, ਉਹ ਮਾਹੌਲ ਵਿੱਚ ਆਪਣੀ ਸੁਰਤ ਨੂੰ ਲੈ ਚੱਲੋ, ਕਿਉਂਕਿ ਇਹ ਸੁਰਤ ਦਾ ਪੈਂਡਾ ਹੈ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰਦਾਰੀ। ਸੁਰਤੀ ਦੇ ਪੈਂਡੇ ਨਾਲ ਚੱਲ ਕੇ ਗੱਲ ਬਣਨੀ ਹੈ। ਸੁਰਤੀ ਕਾ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਜੇ ਆਪਾਂ ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਰਵਾਂਗੇ ਤਾਂ ਇਸੇ ਸੰਸਾਰ ਵਿੱਚ ਰਵਾਂਗੇ। ਇਹ ਸੰਸਾਰ 'ਚ ਦੁੱਖ ਹੀ ਦੁੱਖ ਹਨ। ਇਹ ਸੰਸਾਰ 'ਚ ਜੰਮਣਾ ਤੇ ਮਰਨਾ ਹੀ ਹੈ। ਇਹ ਸੰਸਾਰ ਵਿੱਚ ਭੁੱਖ ਤੇ ਪਿਆਸ ਹੈ। ਇਹ ਸੰਸਾਰ ਵਿੱਚ ਹਰਖ ਤੇ ਸੋਗ ਹੈ। ਇਹ ਸੰਸਾਰ ਤੋਂ ਪਰੇ ਆਨੰਦ ਹੈ। ਉਹ ਜਿੱਥੇ ਮਹਾਂਪੁਰਸ਼ ਵਸਦੇ ਹਨ, ਜਿਸ ਮੰਡਲ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਖੇਡੇ ਹਨ, ਉਸ ਮੰਡਲ ਵਿੱਚ ਆਪਣੀ ਸੁਰਤੀ ਲੈ ਜਾਵਾਂਗੇ ਤੇ ਸੁਖੀ ਹੋਵਾਂਗੇ। ਜੇ ਇਸੇ ਸੰਸਾਰ ਦੀਆਂ ਗੱਲਾਂ ਵੇਖੀ ਜਾਵਾਂਗੇ, ਚੰਗਾ ਮਾੜਾ, ਵਧੀਆ ਘਟੀਆ, ਆਪਣਾ ਬਗਾਨਾ, ਤੇ ਫਿਰ ਇੱਥੇ ਹੀ ਰਹਿਣਾ ਹੈ। ਤੇ ਇੱਥੇ ਤਾਂ ਭਾਈ ਦੁੱਖ ਹੀ ਦੁੱਖ ਹਨ। ਇੱਥੇ ਕੋਈ ਸੁਖੀ ਨਹੀਂ ਹੋਇਆ। ਨਾਨਕ ਦੁਖੀਆ ਸਭ ਸੰਸਾਰ। ਸੋ ਆਪਾਂ ਗੁਰਦੁਆਰੇ ਆਉਂਦੇ ਕਾਹਦੇ ਵਾਸਤੇ ਆ? ਵੀ ਸਾਡੀ ਸੁਰਤ ਇਸ ਸੰਸਾਰ ਚੋਂ ਪਰੇ ਜਾਵੇ। ਜੇ ਇੱਥੇ ਆ ਕੇ ਵੀ ਸਾਡੀ ਸੁਰਤ ਇਸੇ ਸੰਸਾਰ ਵਿੱਚ ਰਹਿਣੀ ਹੈ, ਫਿਰ ਜਿਹੋ ਜਿਹੇ ਆਪਾਂ ਬਾਹਰ ਫਿਰਦੇ ਉਹੋ ਜਿਹੇ ਗੁਰੂ ਘਰ ਆ ਗਏ। ਇੱਥੇ ਆ ਕੇ ਸੁਰਤ ਜਿਹੜੀ ਹੈ ਉਹ ਸੂਖਮ ਹੋ ਜਾਵੇ, ਬਰੀਕ ਹੋ ਜਾਵੇ, ਤੇ ਸੁਰਤੀ ਦੇ ਮਾਰਗ ਤੇ ਚੱਲ ਕੇ ਉਲਟੀ ਨਦਰ ਪ੍ਰਗਾਸੀ ਵਾਲੀ ਜਦ ਗਾਲ ਮਹਾਰਾਜ ਬਾਣੀ 'ਚ ਬਚਨ ਕਿਹਾ ਹੈ, ਉਹ ਬਚਨ ਸਾਡੀ ਪਕੜ ਵਿੱਚ ਆ ਜਾਵੇ। ਆਓ ਹੁਣ ਮਨ ਬਿਰਤੀਆਂ ਜੋੜੀਏ, ਸਹਿਜ ਮੱਥੇ ਨਾਲ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਮਲ ਕਮਲ ਦਲ ਲਲਤ ਚਖ। ਕਹਿੰਦੇ ਜਿਨ੍ਹਾਂ ਦੇ ਨੇਤਰ ਨਿਰਮਲ ਕਮਲ ਦੀਆਂ ਪੰਖੜੀਆਂ ਵਰਗੇ ਸੁੰਦਰ ਹਨ, ਸੁਰ ਸਰ ਜਲ ਸਮ ਦੇਹ, ਔਰ ਗੰਗਾ ਦੇ ਜਲ ਵਰਗੀ ਪਵਿੱਤਰ ਦੇਹੀ ਹੈ। ਕਰਨਹਾਰ ਮੰਗਲ ਸਕਲ, ਸਾਰੀਆਂ ਖੁਸ਼ੀਆਂ ਕਰਨ ਵਾਲੇ ਹਨ। ਨਮః ਚਰਨ ਪਰ ਲੇਹੁ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ। ਉਹ ਮੇਰੀ ਨਮਸਕਾਰ ਪ੍ਰਵਾਨ ਕਰਨ। ਤੋਟਕ ਛੰਦ ਨਿਤ ਨਾਨਕ ਆਪਨ ਪੈਸੋ ਰਹਿ। ਗੁਰੂ ਨਾਨਕ ਦੇਵ ਜੀ ਮਹਾਰਾਜ ਰੋਜ਼ ਹੀ ਮੋਦੀ ਖਾਨੇ ਵਿੱਚ ਬਿਰਾਜਦੇ ਹਨ। ਮੋਦੀ ਖਾਨਾ ਸੁਲਤਾਨਪੁਰ ਸਾਹਿਬ ਵਿੱਚ ਦੌਲਤ ਖਾਨ ਨਵਾਬ ਦਾ ਬਣਾਇਆ ਹੋਇਆ ਹੈ, ਜਿੱਥੋਂ ਫੌਜ ਨੂੰ ਰਾਸ਼ਨ ਸਪਲਾਈ ਹੁੰਦਾ ਸੀ ਅਤੇ ਸ਼ਹਿਰ ਦੇ ਲੋਕ ਵੀ ਉੱਥੋਂ ਸਮਾਨ ਖਰੀਦਦੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ 13 ਕਰਕੇ ਤੋਲੀ ਜਾਂਦੇ ਸਨ। ਸੰਸਾਰੀ ਕਿਰਤ ਵਿੱਚ ਹੱਥ ਸਨ, ਹੱਥ ਕਾਰ ਵੱਲ ਸਨ, ਚਿੱਤ ਕਰਤਾਰ ਵੱਲ ਸੀ। ਤੇ ਇਸ ਤਰ੍ਹਾਂ ਮਹਾਰਾਜ ਉੱਥੇ ਦੁਕਾਨ ਤੇ ਜ਼ਿਆਦਾ ਸਮਾਂ ਰਹਿੰਦੇ ਹਨ। ਜੇ ਹੇਰਨ ਤੇ ਅਗ ਓਗਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਸੜ ਜਾਂਦੇ ਹਨ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਦਰਸ਼ਨ ਕਰਨੇ ਦਾ ਬੜੀ ਦੂਰ ਦੀ ਗੱਲ ਹੈ। ਜੇ ਕੋਈ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਹੀ ਲੈ ਲਵੇ ਤਾਂ ਸੱਚੇ ਪਾਤਸ਼ਾਹ ਦਾ ਨਾਮ ਲੈਣ ਨਾਲ ਹੀ ਜਨਮਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ। ਕਰਨਾ ਕਰ ਡੀਠ ਬਿਖਾ ਜਿਹੇ ਕੋ, ਜਿਹਦੇ ਵੱਲ ਗੁਰੂ ਨਾਨਕ ਦੇਵ ਜੀ ਮਿਹਰ ਦੀ ਨਿਗਾਹ ਫੇਰ ਦਿੰਦੇ ਹਨ, ਕਿਰਪਾ ਦ੍ਰਿਸ਼ਟੀ ਕਰਕੇ ਵੇਖ ਲੈਂਦੇ ਹਨ। ਭਵ ਸਿੰਧ ਉਧਾਰ ਕਰਾਂ ਤੇ ਕੋ, ਉਹਦਾ ਇਸ ਭਵ ਸਾਗਰ ਤੋਂ ਬੇੜਾ ਹੀ ਬੰਨੇ ਲਾ ਦਿੰਦੇ, ਪਾਰ ਲੰਘਾ ਦਿੰਦੇ ਨੇ ਸੰਸਾਰ ਸਾਗਰ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਿਓ ਸਗਏ ਭਗਨੀ ਸਦਨੰ, ਕਦੀ ਕਦੀ ਆਪਣੀ ਭੈਣ ਨੂੰ ਮਿਲ ਜਾਇਆ ਕਰਦੇ ਸਨ। ਇੱਕ ਦਿਨ ਭੈਣ ਨਾਨਕੀ ਦੇ ਘਰ ਗਏ ਹਨ। ਬਿਨ ਅੰਕ ਮਯੰਕ ਬਨਿਓ ਬਦਨੰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਮਲ ਵਰਗਾ ਸੁੰਦਰ ਚਿਹਰਾ, ਚੰਦਰਮਾ ਵਰਗਾ ਸੋਹਣਾ ਚਿਹਰਾ, ਬਿਨਾਂ ਕਲੰਕ ਦੇ, ਕਿਉਂਕਿ ਚੰਦਰਮਾ ਉੱਤੇ ਤਾਂ ਧੱਬੇ ਲੱਗੇ ਹੋਏ ਨੇ। ਕਵੀ ਜੀ ਲਿਖਦੇ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਜੇ ਕਲੰਕ ਨਾ ਹੁੰਦਾ ਤੇ ਗੁਰੂ ਸਾਹਿਬ ਜੀ ਦੀ ਬਰਾਬਰੀ ਕਰ ਲੈਂਦਾ ਚੰਦਰਮਾ,
ਪਰ ਗੁਰੂ ਸਾਹਿਬ ਦੀ ਬਰਾਬਰੀ ਹੋ ਨਹੀਂ ਸਕਦੀ। ਉਹਨਾਂ ਦੇ ਚਿਹਰੇ ਤੇ ਕਲੰਕ ਕੋਈ ਨਹੀਂ ਹੈ। ਪਦ ਮੰਦ ਹੈ ਮੰਦ ਧਰਨ ਧਰਨੀ, ਸਹਿਜੇ ਸਹਿਜੇ ਹੌਲੇ ਹੌਲੇ ਮਹਾਰਾਜ ਸੱਚੇ ਪਾਤਸ਼ਾਹ ਸੋਹਣੀ ਸੋਹਣੀ ਚਾਲ ਚੱਲਦੇ ਜਾਂਦੇ ਹਨ। ਉਪਮਾ ਅਰਬਿੰਦ ਭਲੇ ਬਰਨੀ, ਕਵੀ ਜੀ ਕਹਿੰਦੇ ਚਰਨ ਕਮਲਾਂ ਵਰਗੇ ਸੁੰਦਰ ਹਨ। ਭਗਨੀ ਪਿਖ ਸ਼੍ਰੀ ਮੁਖ ਕੋ ਹਰਖੀ, ਵੱਡੀ ਭੈਣ ਬੇਬੇ ਨਾਨਕੀ ਆਪਣੇ ਪਿਆਰੇ ਵੀਰ ਦਾ ਸੁੰਦਰ ਮੁਖੜਾ ਵੇਖ ਕੇ ਖੁਸ਼ ਹੋ ਗਈ। ਜਨ ਆਨੰਦਤਾ ਜਗ ਕੀ ਕਰਖੀ, ਮਾਨੋ ਸਾਰੀ ਸ੍ਰਿਸ਼ਟੀ ਦਾ ਆਨੰਦ, ਸਾਰੀ ਸ੍ਰਿਸ਼ਟੀ ਦੀ ਖੁਸ਼ੀ ਇਕੱਠੀ ਕਰ ਲਈ ਹੋਵੇ। ਤੁਲਸਾ ਪਰੇ ਅੰਕ ਮਨੋਗ ਡਸਾ, ਦਾਸੀ ਤੁਲਸਾ ਬੇਬੇ ਨਾਨਕੀ ਦੇ ਘਰ ਇਹ ਸੇਵਾ ਕਰਦੀ ਸੀ। ਇਹਦਾ ਨਾਂ ਸੀ ਤੁਲਸਾ ਦਾਸੀ। ਦਾਸੀ ਤੁਲਸਾ ਨੇ ਮਹਾਰਾਜ ਦੇ ਵਾਸਤੇ ਸੋਹਣਾ ਪਲੰਘ ਡਾਇਆ ਹੈ। ਟਿਗ ਬੈਸ ਗਈ ਕਹਿ ਬੈਨ ਸਸਾ, ਤੇ ਉਸ ਪਲੰਘ ਦੇ ਉੱਤੇ ਮਹਾਰਾਜ ਨੂੰ ਬਿਠਾ ਕੇ ਤੇ ਬੇਬੇ ਨਾਨਕੀ ਆਪਣੇ ਵੀਰ ਦੇ ਕੋਲ ਬੈਠ ਗਈ ਹੈ। ਬਿਨ ਹੂਤ ਨਿਕੇਤ ਧਰੇ ਚਰਨਾ, ਅੱਜ ਮਹਾਰਾਜ ਬਿਨਾਂ ਬੁਲਾਏ ਹੀ ਆ ਗਏ। ਅੱਗੇ ਤਾਂ ਬੁਲਾਇਆ ਵੀ ਕਦੀ ਕਦੀ ਆਉਂਦੇ, ਅੱਜ ਬਿਨਾਂ ਬੁਲਾਇਆ ਹੀ ਚਰਨ ਘਰ ਚ ਪਾ ਦਿੱਤੇ ਹਨ। ਮਨ ਜਾਣਤ ਹਾਂ ਜੇ ਭਈ ਕਰਨਾ, ਬੇਬੇ ਨਾਨਕੀ ਕਹਿੰਦੀ ਮੈਂ ਸਮਝਦੀ ਹਾਂ ਵੀ ਅੱਜ ਕਿਰਪਾ ਹੋਈ ਹੈ, ਅੱਜ ਮੇਰੇ ਤੇ ਬਹੁਤ ਮਿਹਰ ਹੋਈ ਹੈ ਜਿਹੜੀ ਬਿਨਾਂ ਬੁਲਾਇਆ ਸੱਚੇ ਪਾਤਸ਼ਾਹ ਮੇਰੇ ਘਰ ਆਏ ਹੋ। ਮੁਖ ਹੇਰਨ ਕੀ ਚਿਤ ਚਾਹੇ ਸਦਾ, ਮੇਰੇ ਮਨ ਵਿੱਚ ਹਮੇਸ਼ਾ ਹੀ ਆਪ ਜੀ ਦੇ ਸੁੰਦਰ ਮੁਖ ਦੇ ਦਰਸ਼ਨ ਕਰਨ ਦੀ ਚਾਹਨਾ ਰਹਿੰਦੀ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਬਣੀ ਰਹਿੰਦੀ ਹੈ। ਨਿਤ ਯਾਦ ਕਰੋ ਤੁਮ ਆਵਤ ਦਾ, ਜਦੋਂ ਯਾਦ ਕਰਦੀਆਂ ਉਦੋਂ ਹੀ ਤੁਸੀਂ ਆ ਜਾਂਦੇ ਹੋ। ਪੁਨ ਨਾਨਕ ਬੈਨ ਭਨੇ ਸੁਣੀਏ, ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਡੀ ਭੈਣ ਦੇ ਬਚਨ ਸੁਣ ਕੇ ਕਹਿੰਦੇ ਭੈਣ ਜੀ ਨਿਜ ਦਾਸ ਸਦਾ ਹਮ ਕੋ ਜਨੇ, ਹੇ ਭੈਣ ਜੀ ਸਾਨੂੰ ਆਪਣਾ ਦਾਸ ਸਮਝੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਇਹ ਗੱਲ ਸਾਡੀ ਸਮਝ ਤਾਂ ਨਹੀਂ ਆਉਂਦੀ ਵੀ ਭਗਵਾਨ ਕਦੀ ਭਗਤਾਂ ਦਾ ਦਾਸ ਬਣ ਸਕਦਾ, ਪਰ ਹੈ ਇਦਾਂ ਹੀ। ਕਿਉਂਕਿ ਭਗਤ ਭਗਵਾਨ ਨੂੰ ਪ੍ਰਗਟ ਕਰਦੇ ਨੇ, ਭਗਤ ਭਗਵਾਨ ਨੂੰ ਜਿੰਦਾ ਰੱਖਦੇ ਨੇ। ਆਖੋ ਸ੍ਰੀ ਵਾਹਿਗੁਰੂ। ਜਦੋਂ ਸਾਰੀ ਦੁਨੀਆ ਕਹਿੰਦੀ ਸੀ ਭਗਵਾਨ ਹੈ ਹੀ ਨਹੀਂ, ਦੁਨੀਆ ਦੇ ਵਿੱਚ ਸਕੂਲਾਂ 'ਚ ਵੀ ਪੜ੍ਹਾਇਆ ਜਾ ਰਿਹਾ ਸੀ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਰੱਬ ਲੋਕਾਂ ਦੇ ਭਾਅ ਦਾ ਮਰ ਚੁੱਕਾ ਸੀ, ਲੋਕਾਂ ਦੀ ਸੁਰਤ 'ਚੋਂ ਰੱਬ ਗੁੰਮ ਚੁੱਕਾ ਸੀ। 5 ਸਾਲ ਦੇ ਬੱਚੇ ਨੇ ਰੱਬ ਜਿੰਦਾ ਕਰਕੇ ਵਿਖਾਤਾ ਸੀ। ਇਸ ਕਰਕੇ ਭਗਤਾਂ ਦੀ ਵੱਡੀ ਵਡਿਆਈ ਹੈ। ਭਗਤ ਭਗਤ ਸੁਣੀਐ ਤੇ ਉਹ ਲੋਏ, ਜਾ ਕੇ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸੱਚ ਮੁਖ ਕਹਿ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਐਸੇ ਭਗਤ ਹੁੰਦੇ ਮਹਾਰਾਜ ਦੇ ਪਿਆਰੇ। ਉਹ ਭਗਤ ਨਹੀਂ ਬੇਬੇ ਨਾਨਕੀ, ਜਿਹਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ। ਇੱਕ ਤਾਂ ਬੇਬੇ ਨਾਨਕੀ ਦਾ ਨਾਮ ਆਉਂਦਾ, ਇੱਕ ਰਾਏ ਬੁਲਾਰ ਦਾ ਨਾਮ ਆਉਂਦਾ। ਇਹਨਾਂ ਨੇ ਬਚਪਨ ਤੋਂ ਹੀ ਕੋਈ ਸ਼ੰਕਾ ਹੀ ਨਹੀਂ ਹੋਇਆ ਮਹਾਰਾਜ ਉੱਤੇ। ਬੇਬੇ ਨਾਨਕੀ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੀ ਮਹਾਰਾਜ ਅੱਜ ਬੜੀ ਕਿਰਪਾ ਕੀਤੀ, ਬਿਨਾਂ ਬੁਲਾਇਆ ਆ ਗਏ। ਤੇ ਸਤਿਗੁਰੂ ਕਹਿੰਦੇ ਭੈਣ ਜੀ ਸਾਨੂੰ ਆਪਣਾ ਸੇਵਕ ਸਮਝੋ, ਆਪਣਾ ਦਾਸ ਸਮਝੋ। ਹਾਂਜੀ, ਅਬਿਲਾਖ ਕਾਰਨ ਕੀ ਕਰੇ ਹੋ, ਜਦੋਂ ਵੀ ਤੁਸੀਂ ਸਾਨੂੰ ਬੁਲਾਉਣ ਦੀ ਇੱਛਾ ਕਰਦੇ ਹੋ ਤਬ ਦੂਰ ਨ ਆਓ ਨਾ ਮੈਂ ਡਰੇ ਹੋ। ਅਸੀਂ ਉਸੇ ਵੇਲੇ ਆ ਜਾਵਾਂਗੇ, ਆਉਂਦੇ ਵੀ ਆ ਤੇ ਆਉਂਦੇ ਰਵਾਂਗੇ। ਜਦੋਂ ਯਾਦ ਕਰੋਗੇ ਬਿਨਾਂ ਬੁਲਾਇਆ ਹੀ ਆਵਾਂਗੇ। ਬਸ ਤੁਹਾਡੇ ਮਨ 'ਚ ਫੁਰਨਾ ਉੱਠੇ ਨਾ, ਤੁਹਾਡਾ ਫੁਰਨਾ ਨਾਲ ਹੀ ਪੂਰਾ ਹੋ ਜਾਇਆ ਕਰੇਗਾ। ਮੁਝ ਤੇ ਬੇਦੀਰ ਗਹਿ ਤੁਮਰੀ, ਭੈਣ ਜੀ ਤੁਸੀਂ ਮੇਰੇ ਤੋਂ 5 ਸਾਲ ਵੱਡੇ ਹੋ, ਨਿਤ ਆਏ ਸਮੈ ਲਿਪਸਾ ਹਮਰੀ, ਤੇ ਅਸੀਂ ਤੁਹਾਡੇ ਤੋਂ 5 ਸਾਲ ਛੋਟੇ ਹਾਂ। ਸਾਡਾ ਫਰਜ਼ ਹੈ ਵੱਡਿਆਂ ਦਾ ਸਤਿਕਾਰ ਕਰਨਾ, ਵੱਡੇ ਦੀ ਆਗਿਆ ਮੰਨਣੀ। ਸਾਧ ਸੰਗਤ ਜੀ ਹੁਣ ਆਪਣੇ ਸਮਾਜ ਵਿੱਚ ਬੜੀਆਂ ਹੀ ਗਿਰਾਵਟਾਂ ਆ ਗਈਆਂ, ਬਹੁਤੀਆਂ ਹੀ ਆ ਗਈਆਂ। ਆਪਾਂ ਆਪਣੇ ਬੱਚਿਆਂ ਨੂੰ ਦੱਸਦੇ ਵੀ ਨਹੀਂ ਗੱਲਾਂ। ਸਾਰਾ ਦਿਨ ਕੰਮ, ਰਾਤ ਨੂੰ ਆ ਕੇ ਸੌਂ ਗਏ, ਵੀਕਐਂਡ ਤੇ ਗੁਰਦੁਆਰੇ ਗਏ, ਕੋਈ ਗੱਲ ਸੁਣੀ ਨਹੀਂ, ਕੋਈ ਸੁਣਾਈ ਨਹੀਂ, ਕੋਈ ਦੱਸੀ ਨਹੀਂ, ਕੋਈ ਸਮਝਾਈ ਨਹੀਂ। ਆਪਣੇ ਤੋਂ ਇੱਕ ਦਿਨ ਵੀ ਵੱਡਾ ਹੋਵੇ ਨਾ, ਇੱਕ ਦਿਨ ਵੀ, ਤੇ ਸਾਡੇ ਬਜ਼ੁਰਗ ਕਹਿੰਦੇ ਸੀ ਉਹਦਾ ਸਤਿਕਾਰ ਕਰੋ। ਇੱਕ ਦਿਨ ਬੱਚਾ ਉਮਰ 'ਚ ਮੇਰੇ ਤੋਂ ਵੱਡਾ ਹੈ ਤੇ ਉਹ ਮੇਰਾ ਵੱਡਾ ਭਾਈ ਹੈ, ਵੱਡੀ ਭੈਣ ਹੈ, ਉਹਦੀ ਆਗਿਆ ਮੰਨਣੀ, ਇਹ ਛੋਟਿਆਂ ਨੂੰ ਦੱਸਣਾ ਚਾਹੀਦਾ।
ਪਰ ਅੱਜ ਕੱਲ੍ਹ ਤਾਂ ਇਹ ਵੀ ਨਹੀਂ ਦੱਸਦਾ ਕੋਈ ਵੀ ਮਾਂ ਦਾ, ਪਿਓ ਦਾ, ਚਾਚੇ ਦਾ, ਤਾਏ ਦਾ, ਭੂਆ ਦਾ, ਫੁੱਫੜ ਦਾ ਸਤਿਕਾਰ ਕਰਨਾ ਕਿ ਨਹੀਂ ਕਰਨਾ। ਸੋ ਗੁਰੂ ਸਾਹਿਬ ਕਹਿ ਰਹੇ ਨੇ ਇਹ ਪੋਥੀਆਂ ਗ੍ਰੰਥ ਕਿਉਂ ਪੜ੍ਹਨੇ ਜ਼ਰੂਰੀ ਨੇ ਪਤਾ, ਔਰ ਇਹਦਾ ਵਿਰੋਧ ਕਿਉਂ ਹੋ ਰਿਹਾ। ਵਿਰੋਧ ਇਸ ਕਰਕੇ ਹੋ ਰਿਹਾ ਵੀ ਇਹ ਗੱਲਾਂ ਦਾ ਪਤਾ ਨਾ ਲੱਗੇ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਦਸਮ ਗ੍ਰੰਥ ਸਾਹਿਬ ਜੀ ਦੀ ਕਥਾ, ਗੁਰੂ ਗ੍ਰੰਥ ਸਾਹਿਬ ਦੀ ਕਥਾ ਗੁਰਦੁਆਰਿਆਂ 'ਚ ਬੰਦ ਕਿਉਂ ਹੋ ਰਹੀ ਹੈ। ਵੀ ਜਿਹੜੇ ਸਾਡੇ ਜੀਵਨ ਜਾਚ ਹੈ ਨਾ, ਸਾਡੀਆਂ ਤੌਰ ਤਰੀਕੇ ਸਾਡੇ ਬਜ਼ੁਰਗਾਂ ਦੇ, ਸਾਡੇ ਬੱਚਿਆਂ ਤੱਕ ਪੜ੍ਹਨ ਨਾ ਦਿਓ, ਆਪੇ ਹੀ ਗੋਲ-ਮੋਲ ਹੋ ਜਾਣਗੇ, ਰਲ ਮਿਲ ਜਾਣਗੇ 84 ਵਿੱਚ। ਸੱਚੇ ਪਾਤਸ਼ਾਹ ਨੇ ਸਾਨੂੰ ਸਾਰੇ ਸੰਸਾਰ ਤੋਂ ਨਿਰਾਲਾ ਬਣਾਇਆ, ਖਾਲਸਾ ਸਾਰਿਆਂ ਤੋਂ ਨਿਰਾਲਾ, ਸ਼੍ਰੋਮਣੀ ਤਾਂ ਹੀ ਬਣਾਂਗੇ ਜੇ ਸਾਡੇ ਕੋਈ ਸ਼੍ਰੋਮਣੀਆਂ ਵਾਲੇ ਗੁਣ ਹੋਣਗੇ। ਸਾਨੂੰ ਸਾਡੀ ਬੋਲੀ, ਸਾਡੀ ਬਾਣੀ, ਸਾਡੀ ਰਹਿਣੀ ਬਹਿਣੀ, ਕਹਿਣੀ ਸਹਿਣੀ ਉਹ ਗੁਰੂ ਨੇ ਬਖਸ਼ੀ ਹੈ। ਆਪਣੇ ਤੋਂ ਵੱਡੇ ਦਾ ਇੱਕ ਦਿਨ ਵੀ ਵੱਡਾ ਹੋਵੇ ਨਾ, ਭਰਾ ਹੋਵੇ, ਭੈਣ ਹੋਵੇ, ਕੋਈ ਰਿਸ਼ਤੇਦਾਰ ਹੋਵੇ, ਕੋਈ ਵੀ ਹੋਵੇ, ਉਹਦਾ ਸਤਿਕਾਰ ਕਰੋ। ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਇੱਕ ਦਿਨ ਮੇਰੇ ਤੋਂ ਵੱਡਾ ਨਾ, ਮੈਂ ਉਹਦਾ ਇਸ ਕਰਕੇ ਸਤਿਕਾਰ ਕਰਦਾ ਵੀ ਉਹਨੂੰ ਇੱਕ ਦਿਨ ਮੇਰੇ ਤੋਂ ਪਹਿਲਾਂ ਦੁਨੀਆ 'ਚ ਹੋਸ਼ ਵੀ ਆਈ ਹੈ। ਬੱਚਾ ਹੋਸ਼ ਸੰਭਾਲਦਾ ਨਾ, ਆਪਾਂ ਕਹਿੰਦੇ ਵੀ 7-5 ਸਾਲ ਦਾ, 2 ਸਾਲ ਦਾ, 3 ਸਾਲ ਦਾ ਬੱਚਾ ਹੋਸ਼ ਸੰਭਾਲਦਾ, ਤੇ ਜਿਹੜਾ ਬੱਚਾ ਇੱਕ ਦਿਨ ਵੱਡਾ ਹੈ ਉਹਨੇ ਇੱਕ ਦਿਨ ਪਹਿਲਾਂ ਹੀ ਸੰਭਾਲੀ ਹੋਣੀ ਹੈ ਨਾ, ਉਹਨੇ ਪਹਿਲਾਂ ਦੁਨੀਆ ਵੇਖੀ ਹੈ, ਉਹਨੂੰ ਸਾਡੇ ਤੋਂ ਪਹਿਲਾਂ ਦੁਨੀਆ ਦਾ ਪਤਾ ਹੈ। ਇਸ ਕਰਕੇ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ। ਗੁਰੂ ਨਾਨਕ ਸਾਹਿਬ ਕਹਿੰਦੇ ਬੇਬੇ ਜੀ ਤੁਸੀਂ 5 ਸਾਲ ਵੱਡੇ ਹੋ, ਸਾਡੀ ਵੱਡੀ ਭੈਣ ਹੋ, ਤੇ ਤੁਹਾਡੀ ਆਗਿਆ 'ਚ ਰਹਿਣਾ ਇਹ ਸਾਡੀ ਇੱਛਾ ਹੈ। ਹਾਂਜੀ, ਤੁਮ ਵਾਕ ਨਾ ਮੋਰਹੁ ਮੈਂ ਕਬ ਹੀ, ਤੁਹਾਡਾ ਵਚਨ ਨਹੀਂ ਅਸੀਂ ਮੋੜ ਸਕਦੇ, ਤੁਸੀਂ ਵੱਡੇ ਜੋ, ਤੁਹਾਡਾ ਹੁਕਮ ਅਸੀਂ ਕਦੀ ਨਹੀਂ ਅਦੂਲ ਸਕਦੇ। ਪ੍ਰਤਾਪ ਆਹ ਤੁਮਰਾ ਸਭ ਹੀ, ਭੈਣ ਜੀ ਸਭ ਤੁਹਾਡਾ ਹੀ ਪ੍ਰਤਾਪ ਹੈ। ਦੇਖੋ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਦੇਵ ਜੀ ਬਚਨ ਕਹਿ ਰਹੇ ਨੇ ਵੱਡੀ ਭੈਣ ਨੂੰ, ਸਭ ਭੈਣ ਜੀ ਤੇਰੀ ਕਿਰਪਾ ਹੈ, ਤੇਰਾ ਹੀ ਪ੍ਰਤਾਪ ਹੈ। ਹਾਂਜੀ, ਜਗ ਕਾਰਜ ਜਾਰ ਸਮਾਨ ਫਸੇ, ਭੈਣ ਜੀ ਵੇਖੋ ਇਹ ਹੈ ਗੁਰੂਆਂ ਦੀ ਨਿਮਰਤਾ, ਵੱਡਿਆਂ ਦੀ ਵਡਿਆਈ। ਭੈਣ ਜੀ ਅਸੀਂ ਜਗਤ ਦੇ ਕੰਮਾਂ ਵਿੱਚ ਫਸੇ ਹੋਏ ਹਾਂ, ਹਾਲਾਂਕਿ ਨਿਰਲੇਪ ਨੇ ਸਦਾ ਹੀ, ਪਰ ਕਹਿ ਰਹੇ ਜਗ ਕਾਰਜ ਜਾਰ ਸਮਾਨ ਫਸੇ। ਜਗਤ ਦੇ ਕੰਮਾਂ ਵਿੱਚ ਅਸੀਂ ਏਦਾਂ ਫਸੇ ਹਾਂ ਜਿਵੇਂ ਕੋਈ ਜਾਲ 'ਚ ਫਸਿਆ ਹੁੰਦਾ ਹੈ। ਲਗੇ ਜੋ ਮੇਲ ਬਿਨ ਕਿਉਂ ਨਿਕਸੇ, ਜਿਹੜੇ ਸੰਸਾਰ ਤੋਂ ਨਿਆਰੇ ਹਨ ਤੁਹਾਡੇ ਵਰਗੇ ਭੈਣ ਜੀ, ਜਿਹੜੇ ਦੁਨੀਆ ਤੋਂ ਨਿਰਲੇਪ ਹਨ, ਉਹਨਾਂ ਸਾਧੂਆਂ, ਮਹਾਤਮਾ, ਮਹਾਂਪੁਰਸ਼ਾਂ, ਬ੍ਰਹਮ ਗਿਆਨੀਆਂ ਨੂੰ ਮਿਲੇ ਤੋਂ ਬਿਨਾਂ ਨਿਕਲਿਆ ਵੀ ਨਹੀਂ ਜਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਸੰਸਾਰ 'ਚ ਫਸੇ ਆ, ਇਹ ਗੱਲ ਆਪਣੇ ਦੇ ਲਾ ਕੇ ਸਾਨੂੰ ਸਮਝਾਈ ਹੈ। ਮਹਾਂਪੁਰਸ਼ ਕੋਈ ਵੀ ਉਦਾਹਰਣ ਦਿੰਦੇ ਨਾ, ਆਪਣੇ ਦੇ ਲਾ ਲੈਂਦੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਹੋ ਕਹਾਂ ਆਪਣੀ ਅਦਮਾਈ, ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ, ਜਗ ਝੂਠੇ ਕਉ ਸਾਜ ਜਾਨ ਕੈ ਤਾਸਿਉ ਰੁਚ ਉਪਜਾਈ, ਦੀਨ ਬੰਧ ਸਿਮਰਿਓ ਨੈ ਕਬੂ ਹੋਤ ਜੋ ਸੰਗ ਸਹਾਈ। ਹੁਣ ਇਹਦੇ 'ਚ ਦੱਸਿਆ ਵੀ ਮੈਂ ਬੜਾ ਨੀਚ ਹਾਂ, ਮੈਂ ਬੜਾ ਪਾਪੀ ਹਾਂ, ਮੇਰੇ 'ਚ ਸਾਰੇ ਹੀ ਔਗਣ ਨੇ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਈ ਔਗਣ ਸੀਗੇ? ਨਹੀਂ, ਉਹਨਾਂ ਨੇ ਸਾਡੇ ਮਨ ਦੀ ਗੱਲ ਜਿਹੜੀ ਹੈ ਨਾ, ਜੋ ਸਾਡੇ ਅੰਦਰ ਚੱਲਦੀ ਹੈ, ਉਹਨਾਂ ਨੇ ਆਪਣੇ ਦੇ ਲਾਗੂ ਕਰਕੇ ਸਾਨੂੰ ਸਮਝਾਤੀ ਹੈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਭੈਣ ਜੀ ਇਹ ਸੰਸਾਰ ਦੇ ਵਿੱਚ ਫਸੇ ਹੋਏ ਆ, ਕੰਮਾਂ ਕਾਰਾਂ ਵਿੱਚ, ਧੰਦਿਆਂ ਧੰਦਾਰਾਂ ਵਿੱਚ। ਤੁਹਾਡੇ ਵਰਗੇ ਸਾਧੂਆਂ, ਮਹਾਂਪੁਰਸ਼ਾਂ, ਨਿਰਲੇਪ ਬ੍ਰਹਮ ਗਿਆਨੀਆਂ ਨੂੰ ਮਿਲੇ ਤੋਂ ਬਿਨਾਂ ਨਿਕਲਿਆ ਵੀ ਨਹੀਂ ਜਾ ਸਕਦਾ। ਇਹ ਸਾਨੂੰ ਸਮਝਾਇਆ ਵੀ ਜੇ ਆਪਾਂ ਸਾਧ ਸੰਗਤ ਨਹੀਂ ਕਰਾਂਗੇ, ਤਿਆਗੀ ਬੈਰਾਗੀ ਮਹਾਂਪੁਰਸ਼ਾਂ, ਸਾਧੂਆਂ, ਗੁਰਸਿੱਖਾਂ, ਭਗਤਾਂ, ਸੰਤਾਂ, ਨਾਮ ਰਸੀਆਂ ਦੀ ਸੰਗਤ ਨਹੀਂ ਕਰਾਂਗੇ, ਅਸੀਂ ਫਸੇ ਹੀ ਰਹਾਂਗੇ। ਅਸੀਂ ਫਸੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਤੇ ਸਾਡਾ ਕੀ ਹਾਲ ਹੋਵੇਗਾ। ਬਿਲਗੇ ਬੇਲਗੇ, ਜਿਹੜੇ ਅਣਲੱਗ ਹਨ, ਸੰਸਾਰ ਤੋਂ ਵੱਖਰੇ ਹਨ, ਨਿਆਰੇ ਹਨ, ਉਹ ਸਾਧੂ ਮਹਾਤਮਾ ਜੇ ਕਿਤੇ ਮਿਲ ਜਾਣ, ਜਿਨ੍ਹਾਂ ਨੇ ਸੰਸਾਰ ਨੂੰ ਤਿਆਗ ਦਿੱਤਾ ਹੈ। ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਥ। ਐਸੇ ਤਿਆਗੀ ਬੈਰਾਗੀ ਮਹਾਤਮਾ ਦੀ ਸੰਗਤ ਤੋਂ ਬਿਨਾਂ ਇਹ ਸੰਸਾਰ ਤੋਂ ਨਹੀਂ ਨਿਕਲਿਆ ਜਾ ਸਕਦਾ। ਭੈਣ ਜੀ ਤੇ ਕਹੋਵਤ ਪੀਨ ਮੇਲ ਬਨੇ, ਇਹ ਭੈਣ ਜੀ ਦੇਖੋ ਕੈਸੀ ਮਾਇਆ ਵਿਡੰਬਨਾ ਹੈ ਇਹਦੀ।
ਵੀ ਤੁਹਾਡੇ ਕੋਲ ਰਹਿੰਦੇ ਆ ਫਿਰ ਵੀ ਤੁਹਾਨੂੰ ਅਸੀਂ ਮਿਲ ਨਹੀਂ ਸਕਦੇ, ਕੰਮਾਂ ਕਾਰਾਂ 'ਚ ਇੰਨੇ ਫਸੇ ਹੋਏ ਆ। ਦਿਸ਼ ਟਾਂਤ ਇਹ ਮਤਵਾਨ ਭਨੇ। ਇਹ ਮਹਾਪੁਰਸ਼ ਮਤਵਾਨ ਸਿਆਣੇ ਦ੍ਰਿਸ਼ਟਾਂਤ ਦਿੰਦੇ ਨੇ, ਜਿਹੜੇ ਤਤ ਵੇਤੇ ਬ੍ਰਹਮ ਗਿਆਨੀ ਨੇ, ਸਿਆਣੇ ਨੇ, ਉਹ ਦੱਸਦੇ ਨੇ। ਭਗਨੀ ਬਚ ਬੋਲਤ ਆਨਨ ਸੋ। ਭੈਣ ਜੀ ਬੇਬੇ ਨਾਨਕੀ ਜੀ ਆਪਣੇ ਵੀਰ ਦੇ ਬਚਨ ਸੁਣ ਕੇ ਬੋਲੇ, ਅਸ ਗਾਥ ਕਥੋ ਅਨਜਾਨਨ ਸੋ। ਮਹਾਰਾਜ ਇਹੋ ਜਿਹੀਆਂ ਗੱਲਾਂ ਅਣਜਾਣਾ ਨੂੰ ਕਹੀਦੀਆਂ, ਮੈਂ ਤਾਂ ਜਾਣਦੀ ਹਾਂ, ਮੈਨੂੰ ਪਤਾ ਤੁਸੀਂ ਤੇ ਦੁਨੀਆ ਦੇ ਬੰਧਨਾਂ ਚੋਂ ਕੱਢਣ ਵਾਲੇ ਹੋ, ਤੁਸੀਂ ਤੇ ਜਾਲਾਂ ਚੋਂ ਸਾਨੂੰ ਕੱਢਣ ਵਾਲੇ ਹੋ, ਤੇ ਪਾਤਸ਼ਾਹ ਤੁਸੀਂ ਕਿਵੇਂ ਫਸ ਸਕਦੇ ਹੋ ਸੰਸਾਰ ਦੇ ਜੰਜਾਲਾਂ ਵਿੱਚ। ਭਵਤਾਰ ਨਗੋ ਭਵਲੀਨ ਤਮੈ। ਆਪ ਜੀ ਨੇ ਸੰਸਾਰ ਸਾਗਰ ਤੋਂ ਸਾਡੇ ਪਾਪੀਆਂ ਦੇ ਬੇੜੇ ਬੰਨੇ ਲਾਉਣ ਵਾਸਤੇ ਅਵਤਾਰ ਧਾਰਿਆ ਹੈ। ਭਵਦਾਇਕ ਨਾ ਪਰਮਾਓ ਹਮੈ। ਹੇ ਮੁਕਤੀ ਦਾਤੇ ਸਤਿਗੁਰੂ, ਹੇ ਕਲਿਆਣ ਦਾਤੇ ਸਤਿਗੁਰੂ, ਸਭ ਦਾ ਬੇੜਾ ਬੰਨੇ ਲਾਉਣ ਵਾਲੇ ਸਤਿਗੁਰੂ ਮੈਨੂੰ ਨਾ ਭਰਮਾਓ। ਇਹ ਨਾ ਆਖੋ ਵੀ ਅਸੀਂ ਕੰਮਾਂ 'ਚ ਫਸੇ ਹੋਏ, ਤੁਸੀਂ ਤੇ ਕੰਮਾਂ 'ਚ ਫਸਿਆਂ ਨੂੰ ਇਹਨਾਂ ਜੰਜਾਲਾਂ ਚੋਂ ਕੱਢਣ ਵਾਲੇ ਹੋ। ਦੋਹਰਾ ਇਹ ਵਿਦ ਕੀ ਸੁਧ ਤੁਮਹਿ ਕੋ। ਇਹ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਤੇ ਸੰਸਾਰ ਦੇ ਸਾਰੇ ਹੀ ਪਦਾਰਥ, ਸਾਰਾ ਹੀ ਪਸਾਰਾ ਮਿਥਿਆ ਹੈ। ਆਪ ਜੀ ਤਾਂ ਸੰਸਾਰ ਦੇ ਮਿਥਿਆ ਪਸਾਰੇ ਵਿੱਚੋਂ ਕੱਢ ਕੇ ਪਰਮ ਤੱਤ ਪਛਾਣ ਵਾਲੇ ਹੋ। ਇਹ ਬਚਨ ਜਦੋਂ ਆਖੇ, ਜਾਣ ਹੋ ਸਭ ਵਿਚਾਰ। ਆਪ ਜਾਣੀ ਜਾਣ ਹੋ ਸੱਚੇ ਪਾਤਸ਼ਾਹ ਜੀ, ਸਭ ਜਾਣਦੇ ਹੋ। ਕਰਨਾ ਹੈ ਕਰਤਾਰ ਕੀ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਭੈਣ ਜੀ ਤੁਹਾਨੂੰ ਸਭ ਪਤਾ ਹੈ, ਤੁਹਾਡੇ ਤੇ ਕਰਤਾਰ ਦੀ ਕਿਰਪਾ ਹੈ। ਤੋ ਪਰ ਸੁਸਾ ਅਪਾਰ। ਭੈਣ ਜੀ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਤਾਂ ਤੇਰੀ ਅੱਖ ਖੁੱਲੀ ਹੈ। ਇਹ ਸੰਸਾਰ ਮੋਹ ਨੀਂਦ ਸੁੱਤਾ ਸਾਰਾ ਸੰਸਾਰ ਕਦੀ ਜਾਗ ਨਹੀਂ ਸਕਦਾ ਜਿੰਨਾ ਚਿਰ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ। ਉਹਦੀ ਕਿਰਪਾ ਹੋਵੇ ਤੇ ਮੋਹ ਦੀ ਨੀਂਦ ਵਿੱਚੋਂ ਜੀਵ ਜਾਗਦਾ ਹੈ, ਨਹੀਂ ਤਾਂ ਸੁੱਤਾ ਹੀ ਰਹਿੰਦਾ। ਹਾਂਜੀ। ਟੋਟਕ ਛੰਦ ਇੱਕ ਸੋਦਰ ਮੈਂ ਬਿਨਤੀ ਸੁਣੀਏ। ਇਹ ਸੁਣ ਕੇ ਬੇਬੇ ਜੀ ਕਹਿਣ ਲੱਗੇ, ਹੇ ਵੀਰ ਜੀ ਇੱਕ ਮੇਰੀ ਭੈਣ ਦੀ ਬੇਨਤੀ ਸੁਣੋ। ਇਹ ਬੈਨ ਭਲੇ ਮਨ ਮੈਂ ਗੁਨੀਏ। ਔਰ ਇਹਨਾਂ ਬਚਨਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਜੇ। ਜਿਹੜੀ ਮੈਂ ਅੱਜ ਬੇਨਤੀ ਕਰਨ ਲੱਗੀ ਆ, ਇਹ ਬੇਨਤੀ ਨੂੰ ਬੜੇ ਗਹਿਰਾਈ ਨਾਲ ਡੂੰਘੇ ਤੌਰ ਤੇ ਸੋਚਿਆ ਜੇ, ਵਿਚਾਰਿਆ ਜੇ। ਮੇਰੀ ਬੇਨਤੀ ਨੂੰ ਐਵੇਂ ਨਾ ਸੁੱਟ ਪਾਇਆ ਜੇ। ਜਬ ਆਇਸ ਦੇਹੋ ਕਹਾਂ ਤਬ ਹੀ। ਬੇਨਤੀ ਵੀ ਮੈਂ ਤਾਂ ਕਰਾਂਗੀ ਜੇ ਆਗਿਆ ਦਿਓਗੇ ਤਾਂ। ਸਾਧ ਸੰਗਤ ਜੀ, ਮਹਾਤਮਾ ਮਹਾਂਪੁਰਸ਼ਾਂ ਸਾਧੂਆਂ ਕੋਲ ਰਹਿਣ ਦਾ ਇਹ ਫਾਇਦਾ ਹੁੰਦਾ ਹੈ, ਬੰਦੇ ਨੂੰ ਰਹਿਣੀ ਬਹਿਣੀ ਕਹਿਣੀ ਸਹਿਣੀ ਆ ਜਾਂਦੀ ਹੈ। ਬੇਨਤੀ ਵੀ ਕਿਵੇਂ ਕਰਨੀ ਹੈ। ਸਾਡੇ ਉੱਥੇ ਇੱਕ ਗੈਡ ਗ੍ਰੰਥੀ ਸਾਹਿਬ ਹੁੰਦੇ ਸੀ, ਤੇ ਇੱਕ ਸਾਡੇ ਉੱਥੇ ਲੀਡਰ ਹੁੰਦੇ ਸੀ, ਗਿਆਨੀ ਜੀ ਨੂੰ ਪਤਾ ਹੈ, ਕਰਤਾਰ ਸਿੰਘ ਜੀ ਟੱਕਰ, ਤੇ ਉਹ ਅਕਾਲੀ ਦਲ ਦੇ ਪ੍ਰਧਾਨ ਸੀਗੇ ਹਰਿਆਣੇ ਦੇ। ਤੇ ਉਹ ਇੱਕ ਦਿਨ ਗਿਆਨੀ ਜੀ ਨੂੰ ਕਹਿੰਦੇ, ਗੈਡ ਗ੍ਰੰਥੀ ਗਿਆਨੀ ਰਾਮ ਸਿੰਘ ਨੂੰ, ਗਿਆਨੀ ਜੀ ਇੱਕ ਬੇਨਤੀ ਕਰਨੀ ਹੈ। ਉਹ ਕਹਿੰਦੇ, ਟੱਕਰ ਸਾਹਿਬ ਬੇਨਤੀ 'ਚ ਹੁਕਮ ਨਾਲ ਲਪੇਟ ਕੇ ਦੇ ਦਿਆ ਜੇ। ਕਈ ਵਾਰੀ ਹੁੰਦਾ ਹੁਕਮ ਹੀ ਹੈ ਤੇ ਬੇਨਤੀ ਹੁੰਦੀ, ਸ਼ਬਦਾਂ 'ਚ ਕਹਿੰਦਾ ਬੇਨਤੀ ਕਰਨੀ ਹੈ, ਪਰ ਉੱਤੋਂ ਚਾੜਿਆ ਹੁੰਦਾ ਹੁਕਮ। ਕਹਿੰਦੇ ਬੇਨਤੀ ਕਰਿਆ ਜੇ, ਬੇਨਤੀ 'ਚ ਹੁਕਮ ਨਾਲ ਲਪੇਟ ਕੇ ਦੇ ਦਿਆ ਜੇ। ਸਾਧ ਸੰਗਤ ਜੀ, ਬੇਨਤੀ ਕਰਨ ਵਾਸਤੇ ਵੀ ਇੱਕ ਤਾਂ ਸਮੇਂ ਦੀ ਅਨੁਕੂਲਤਾ, ਇੱਕ ਸਥਾਨ ਦੀ ਅਨੁਕੂਲਤਾ। ਵੀ ਕੋਈ ਬਚਨ ਕਰਨਾ, ਆਪਾਂ ਬੈਠੀਏ ਕਿਤੇ। ਕਈ ਵਾਰੀ ਦੇਖਿਆ ਕਥਾ ਕਰਕੇ ਗੁਰਦੁਆਰੇ ਜੋੜੇ ਵੀ ਨਹੀਂ ਪਾਏ ਹੁੰਦੇ, ਤੇ ਅੱਗੋਂ ਗਿਆਨੀ ਜੀ ਇੱਕ ਬੇਨਤੀ ਹੈ, ਤੇ ਬੇਨਤੀ ਹੁੰਦੀ ਤੁਸੀਂ ਕਥਾ ਜਾ ਕੇ ਆਖਿਆ, ਹੁਣ ਕੀ ਸਮਝਾਈਏ। ਇਹ ਕਈ ਸੱਜਣ ਹੋਰ ਤਾਂ ਕੋਈ ਉਹਨਾਂ ਕੋਲ ਹੁੰਦਾ ਨਹੀਂ ਸ਼ਬਦ, ਇਹ ਕਹਿਣਗੇ ਇਹ ਤਾਂ ਗੱਲ ਜੀ ਅਸੀਂ ਪਹਿਲੀ ਵਾਰੀ ਸੁਣੀ ਹੈ। ਤੇ ਮੈਂ ਬੇਨਤੀ ਕਰਾਂ ਵੀ ਭਾਈ ਇਹ 'ਚ ਸਾਡਾ ਕੋਈ ਕਸੂਰ ਨਹੀਂ, ਤੁਸੀਂ ਪਹਿਲੀ ਵਾਰੀ ਸੁਣੀ ਹੈ। ਤੁਸੀਂ ਪਹਿਲਾਂ ਕਦੀ ਕਥਾ ਕਰਨ ਸੁਣਨ ਆਏ ਨਹੀਂ, ਤੁਸੀਂ ਇਹਨਾਂ ਗ੍ਰੰਥਾਂ ਨੂੰ ਕਦੀ ਵੇਖਿਆ ਨਹੀਂ, ਤੇ ਤੁਸੀਂ ਨਹੀਂ ਪਹਿਲੀ ਵਾਰੀ, ਪਹਿਲਾਂ ਨਹੀਂ ਸੁਣੀ ਹੋਣੀ, ਅੱਜ ਸੁਣ ਲਓ। ਕੋਈ ਵੀ ਚੀਜ਼ ਆ ਕਦੀ ਨਾ ਕਦੀ ਤੇ ਪਹਿਲੀ ਵਾਰੀ ਸੁਣਨੀ ਪੈਂਦੀ, ਫਿਰ ਦੂਜੀ ਵਾਰੀ ਸੁਣ ਲਓ, ਤੀਜੀ ਵਾਰੀ ਸੁਣ ਲਓ। ਪਰ ਇਹ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਗਲਤ ਕਿਹਾ, ਅਸੀਂ ਪਹਿਲੀ ਵਾਰੀ ਸੁਣੀ ਹੈ, ਤੁਸੀਂ ਗਲਤ ਕਿਹਾ। ਵੀ ਯਾਨੀ ਸਾਨੂੰ ਸਾਰਾ ਪਤਾ, ਸਾਨੂੰ ਸਾਰਾ ਪਤਾ, ਤੁਸੀਂ ਜਿਹੜੀ ਗੱਲ ਸੁਣਾ ਰਹੇ ਹੋ ਇਹ ਨਵੀਂ ਗੱਲ ਹੈ, ਇਹ ਗੱਲ ਹੈ ਨਹੀਂ। ਸੋ ਇਸ ਤਰ੍ਹਾਂ ਬੇਨਤੀ ਨਹੀਂ ਹੁੰਦੀ। ਬੇਨਤੀ ਕਰਨ ਦੇ ਤਰੀਕੇ ਮਹਾਂਪੁਰਸ਼ਾਂ ਦੇਖੋ, ਬੇਬੇ ਨਾਨਕੀ ਜੀ ਕਹਿੰਦੇ, ਵੀਰ ਜੀ
ਜੇ ਆਗਿਆ ਹੋਵੇ ਤੇ ਬੇਨਤੀ ਕਰਾਂ। ਹਾਂਜੀ, ਉਚਰੋ ਨਾ ਕਦਾਚਿਤ ਯੋ ਕਬਹੀ। ਤੁਹਾਡੀ ਆਗਿਆ ਤੋਂ ਬਿਨਾਂ ਮੈਂ ਕਦੀ ਬੋਲ ਨਹੀਂ ਸਕਦੀ, ਤੁਹਾਡੇ ਹੁਕਮ ਤੋਂ ਬਿਨਾਂ ਮੈਂ ਬੇਨਤੀ ਵੀ ਨਹੀਂ ਕਰ ਸਕਦੀ। ਜਨ ਤਾਰਨ ਬੈਨ ਬਿਨੈ ਸੁਨਿਕ। ਜਗਤ ਨੂੰ ਤਾਰਨ ਵਾਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਦੇ ਬੇਨਤੀ ਭਰੇ ਪਿਆਰ ਭਰੇ ਬਚਨ ਸੁਣ ਕੇ ਪ੍ਰਸੀਦਤ ਭੇ ਨਮਤਾ ਗੁਣ ਕੈ। ਆਪਣੀ ਭੈਣ ਦੀ ਨਿਮਰਤਾ ਵੇਖ ਕੇ ਪ੍ਰਸੰਨ ਹੋ ਗਏ, ਕਿਉਂਕਿ ਪਰਮੇਸ਼ਰ ਦੇ ਘਰ ਵਿੱਚ ਕਿਸੇ ਦੀ ਮਾਣ ਵਡਿਆਈ, ਕਿਸੇ ਦਾ ਪੈਸਾ, ਕਿਸੇ ਦੀ ਵਡਿਆਈ, ਕਿਸੇ ਦੀ ਕੋਈ ਦੁਨਿਆਵੀ ਉਹ ਨਹੀਂ ਚੱਲਦੀ। ਪਰਮੇਸ਼ਰ ਦੇ ਘਰ ਤਾਂ ਨਿਮਰਤਾ ਹੀ ਚੱਲਦੀ। ਨਿਵੇਂ ਸੋ ਗੌਰਾ ਹੋਏ, ਇੱਥੇ ਜਿੰਨਾ ਨਿਵੇਂਗਾ ਓਨਾ ਭਾਰਾ ਹੋਵੇਗਾ। ਇੱਥੇ ਵਡਿਆਈ ਗੁਰੂ ਸਾਹਿਬ ਬਖਸ਼ਦੇ ਆ ਨਿਮਾਣਿਆਂ ਨੂੰ। ਤੋ ਬੇਬੇ ਨਾਨਕੀ ਦੀ ਨਿਮਰਤਾ ਵੇਖ ਕੇ ਪ੍ਰਸੰਨ ਹੋ ਗਏ। ਮਨ ਜੌਨ ਮਨੋਰਥ ਸ਼ੰਕ ਬਿਨਾ। ਕਹਿਣ ਲੱਗੇ ਭੈਣ ਜੀ, ਆਪਣੇ ਮਨ ਦਾ ਮਨੋਰਥ ਬਿਨਾਂ ਸ਼ੰਕੇ ਕਹਿ ਦਿਓ। ਮੁਖ ਭਾਖੋ ਮੈਂ ਅਨੁਸਾਰ ਸਨਾ। ਮੈਂ ਤਾਂ ਤੁਹਾਡੇ ਹੁਕਮ ਵਿੱਚ ਹੀ ਹਾਂ, ਮੈਂ ਤਾਂ ਤੁਹਾਡੀ ਰਜ਼ਾ ਵਿੱਚ ਹੀ ਹਾਂ ਭੈਣ ਜੀ। ਜੋ ਵੀ ਤੁਸੀਂ ਫਰਮਾਓਗੇ ਅਸੀਂ ਮੰਨਾਂਗੇ। ਤਬ ਵਾਕ ਨਾ ਮੋੜ ਸਕੋ ਕਬਹੀ। ਇਹ ਭੈਣ ਜੀ ਤੁਹਾਡਾ ਬਚਨ ਅਸੀਂ ਕਦੀ ਨਹੀਂ ਮੋੜ ਸਕਦੇ। ਸੁਨ ਸ਼ਰੋਨ ਸੁਸਾ ਕਹਿ ਯੋ ਤਬਹੀ। ਜਦੋਂ ਮਹਾਰਾਜ ਨੇ ਭੈਣ ਜੀ ਨੂੰ ਬੇਨਤੀ ਕਰਨ ਦਾ ਹੁਕਮ ਦਿੱਤਾ, ਉਸ ਵੇਲੇ ਬੇਬੇ ਨਾਨਕੀ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਨ। ਕੁਲ ਬਾਨਨ ਕੀਰਤਨ ਆ ਸਦਨਾ। ਕਹਿੰਦੇ ਵੀਰ ਜੀ, ਤੁਹਾਡੇ ਘਰ ਤੁਹਾਡੀ ਪਤਨੀ ਬੜੇ ਚੰਗੇ ਖਾਨਦਾਨ ਦੀ ਹੈ, ਪਟਵਾਰੀ ਦੀ ਬੇਟੀ ਹੈ, ਬਾਬੇ ਮੂਲ ਚੰਦ ਦੀ ਚੋਣਿਆਂ ਦੀ ਬੇਟੀ ਹੈ, ਚੰਗੇ ਕੁਲ ਦੀ ਖਾਨਦਾਨ ਦੀ ਬੇਟੀ ਤੁਹਾਨੂੰ ਵਿਆਹੀ ਹੋਈ ਹੈ। ਸਨਮਾਨ ਕਰੋ ਨਹ ਜੇ ਬਦਨਾ। ਜੇ ਤੁਸੀਂ ਉਹਨੂੰ ਪਿਆਰ ਨਾਲ ਦੋ ਬੋਲ ਨਹੀਂ ਬੁਲਾਓਗੇ, ਤੁਸੀਂ ਉਹਦਾ ਖਿਆਲ ਨਹੀਂ ਰੱਖੋਗੇ, ਆਪਣੀ ਪਤਨੀ ਦੇ ਨਾਲ ਤੁਸੀਂ ਦੋ ਪਲ ਬੈਠ ਕੇ ਨਹੀਂ ਗੁਜ਼ਾਰੋਗੇ ਤੇ ਉਹਦੇ ਮਨ ਤੇ ਕੀ ਬੀਤੇਗੀ। ਉਹ ਆਪਣੇ ਮਾਂ-ਬਾਪ, ਭੈਣ ਭਰਾ, ਸਾਰੇ ਪਰਿਵਾਰ ਨੂੰ ਛੱਡ ਕੇ ਤੁਹਾਡੇ ਲੜ ਲੱਗੀ ਹੈ। ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਮਾਂ ਪਿਓ, ਭੈਣ ਭਰਾ, ਸਖੀਆਂ ਸਹੇਲੀਆਂ ਨੂੰ, ਸਾਰੇ ਪਰਿਵਾਰ ਨੂੰ, ਆਪਣੇ ਪਿੰਡ ਨੂੰ, ਆਪਣੀ ਧਰਤੀ ਨੂੰ ਛੱਡ ਕੇ ਇੱਕ ਲੜਕੀ, ਇੱਕ ਔਰਤ ਸਹੁਰੇ ਘਰ ਜਾਂਦੀ ਹੈ, ਉੱਥੇ ਆਪਣਾ ਘਰ ਬਣਾਉਂਦੀ ਹੈ। ਤੇ ਜੇ ਉੱਥੋਂ ਉਹਨੂੰ ਪਿਆਰ ਨਾ ਮਿਲੇ, ਉਹਨੂੰ ਸਤਿਕਾਰ ਨਾ ਮਿਲੇ, ਇੱਜ਼ਤ ਨਾ ਮਿਲੇ, ਉਹਦੀ ਕੋਈ ਗੱਲ ਨਾ ਸੁਣੇ, ਫਿਰ ਉਹਦੇ ਦਿਲ ਤੇ ਕੀ ਬੀਤਦੀ ਹੈ। ਉਹਦੇ ਨਾਲ ਬੜਾ ਅਨਿਆਂ ਹੁੰਦਾ ਹੈ। ਵੀਰ ਜੀ, ਤੁਸੀਂ ਹੁਣ ਗ੍ਰਸਤੀ ਹੋ ਤੇ ਤੁਹਾਡੇ ਘਰ ਚੰਗੇ ਖਾਨਦਾਨ ਦੀ ਲੜਕੀ ਤੁਹਾਡੀ ਪਤਨੀ ਬਣ ਕੇ ਆਈ ਹੈ। ਤੇ ਮਾਤ ਪਿਤਾ ਜਬ ਆਵਤ ਹੈ। ਤੇ ਉਹਦੇ ਮਾਤਾ ਪਿਤਾ ਜਦੋਂ ਆਪਣੀ ਧੀ ਨੂੰ ਮਿਲਣ ਆਉਂਦੇ ਨੇ, ਕਦੀ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਜੀ ਕਦੀ ਕਦੀ ਸੁਲੱਖਣੀ ਮਾਤਾ ਨੂੰ ਮਿਲਣ ਆਇਆ ਕਰਦੇ ਸਨ ਆਪਣੀ ਬੇਟੀ ਨੂੰ। ਜਦੋਂ ਉਹ ਆਉਂਦੇ ਹਨ, ਦੁਰਵਾਕ ਅਲਾਏ ਲਜਾਵਤ ਹੈ। ਉਹ ਫਿਰ ਕੌੜੇ ਬਚਨ ਬੋਲ ਕੇ, ਉਲਾਂਭੇ ਦੇ ਕੇ ਮੈਨੂੰ ਸ਼ਰਮਿੰਦਿਆਂ ਕਰਦੇ ਨੇ। ਉਹ ਕਹਿੰਦੇ ਨੇ ਵੀ ਨਾਨਕੀ ਤੂੰ ਆਪਣੇ ਵੀਰ ਨੂੰ ਸਮਝਾਉਂਦੀ ਨਹੀਂ, ਤੂੰ ਕਹਿੰਦੀ ਨਹੀਂ, ਤੇ ਤੁਹਾਡੇ ਕਰਕੇ ਅਸੀਂ ਰਿਸ਼ਤਾ ਕੀਤਾ ਸੀ ਤੇ ਹੁਣ ਅਸੀਂ ਕਿਹਨੂੰ ਕਹੀਏ ਤੁਹਾਨੂੰ ਛੱਡ ਕੇ। ਇਦਾਂ ਦੇ ਬੋਲ ਬੋਲ ਕੇ ਮਾਸੀ ਚੰਦੋ ਰਾਣੀ ਤੇ ਮਾਸੜ ਮੂਲ ਚੰਦ ਮੈਨੂੰ ਉਲਾਂਭੇ ਦਿੰਦੇ ਨੇ। ਸੁਨ ਤੂਸ਼ਨ ਹੋਏ ਰਹੋ ਤਿਨ ਤੇ। ਪਰ ਮੈਂ ਉਹਨਾਂ ਨੂੰ ਕੀ ਜਵਾਬ ਦੇ ਸਕਦੀ ਹਾਂ। ਮੈਂ ਉਹਨਾਂ ਦੇ ਕੌੜੇ ਬਚਨ ਸੁਣ ਕੇ ਚੁੱਪ ਕਰ ਰਹਿੰਦੀ ਹਾਂ, ਚੁੱਪ ਕਰਕੇ ਸੁਣੀ ਜਾਂਦੀ ਹਾਂ। ਮੈਂ ਉਹਨਾਂ ਨੂੰ ਕੋਈ ਜਵਾਬ ਦੇ ਨਹੀਂ ਸਕਦੀ। ਨਹ ਸਾਮ ਹੋ ਤਾਂ ਬਚਨਾ ਭਨ ਤੇ। ਉਹਨਾਂ ਦੇ ਸਾਹਮਣੇ, ਵੱਡਿਆਂ ਦੇ ਸਾਹਮਣੇ ਮੈਨੂੰ ਕੋਈ ਗੱਲ ਆਉਂਦੀ ਨਹੀਂ, ਕਿਉਂਕਿ ਉਹਨਾਂ ਦੀਆਂ ਗੱਲਾਂ ਕੁਝ ਸੱਚੀਆਂ ਵੀ ਹਨ। ਤੁਮ ਸੰਤ ਸੁਭਾਏ ਦਇਆ ਸੋ ਪਗਾ। ਕਿਉਂਕਿ ਵੀਰ ਜੀ, ਭਰਾ ਜੀ, ਤੁਹਾਡਾ ਸਾਧੂਆਂ ਵਾਲਾ ਸੁਭਾਅ ਹੈ, ਸੰਤ ਸੁਭਾਅ ਹੈ। ਤੁਸੀਂ ਹਰ ਵੇਲੇ ਕਰਤਾਰ ਦੇ ਰੰਗ ਵਿੱਚ ਰੰਗੇ ਰਹਿੰਦੇ ਹੋ। ਉਸ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਸੰਸਾਰ ਵੱਲ ਤੁਹਾਡੀ ਬਿਰਤੀ ਨਹੀਂ ਆਉਂਦੀ। ਉਪਕਾਰ ਵਿਖਾ ਦਿਨ ਰਹਿਣ ਲੱਗਾ। ਤੁਸੀਂ ਦਿਨ ਰਾਤ ਪਰਉਪਕਾਰ ਕਰਦੇ ਹੋ, ਤੇਰਾ ਤੇਰਾ ਕਰਕੇ ਤੋਲੀ ਜਾਂਦੇ ਹੋ। ਗਰੀਬਾਂ, ਲੋੜਵੰਦਾਂ, ਭੁੱਖਿਆਂ, ਅਨਾਥਾਂ ਦੀ ਤੁਸੀਂ ਬਾਂਹ ਫੜਦੇ ਹੋ। ਸੱਚੇ ਪਾਤਸ਼ਾਹ, ਤੁਸੀਂ ਤਾਂ ਪਰਉਪਕਾਰੀ ਹੋ, ਤੁਸੀਂ ਤਾਂ ਸਭ ਦਾ ਭਲਾ ਕਰਨ ਵਾਲੇ ਹੋ। ਕਰੀਏ ਦਿਲਗੀਰ ਨਾ ਯਾ ਕਰਨੀ। ਤੇ ਜਿੱਥੇ ਤੁਸੀਂ ਸਾਰੀ ਦੁਨੀਆ ਦਾ ਭਲਾ ਕਰਦੇ ਹੋ, ਸਾਰਿਆਂ ਦੇ ਦੁੱਖ ਦੂਰ ਕਰਦੇ ਹੋ,
ਸਾਰਿਆਂ ਦੇ ਮਨ ਨੂੰ ਹੌਸਲਾ ਦਿੰਦੇ ਹੋ, ਉੱਥੇ ਆਪਣੀ ਪਤਨੀ ਨੂੰ ਕਿਉਂ ਦਲਗੀਰ ਕਰਦੇ ਹੋ? ਜਿੱਥੇ ਸਭ ਦਾ ਭਲਾ ਕਰਦੇ ਹੋ ਉੱਥੇ ਉਹ ਵੀ ਤਾਂ ਭਾਗਾਂ ਵਾਲੀ ਤੁਹਾਡੇ ਲੜ ਲੱਗੀ ਹੈ, ਉਹਦੀ ਵੀ ਬਾਹ ਫੜੋ, ਉਹਦਾ ਵੀ ਦੁੱਖ ਸੁਣੋ, ਉਹਦੇ ਵੀ ਮਨ ਦਾ ਦੁੱਖ ਦੂਰ ਕਰੋ। ਕੁਲਵਾਨਨ ਕੀਰਤਨਿਆ ਧਰਨੀ, ਚੰਗੇ ਕੁਲਵਾਨਾਂ ਦੀ, ਚੰਗੇ ਖਾਨਦਾਨ ਦੀ ਉਹ ਬੱਚੀ ਹੈ ਜਿਹੜੀ ਤੁਹਾਡੇ ਲੜ ਲੱਗੀ ਹੈ। ਗੁਣ ਐਨ ਸੁਨਿਓ ਮੁਖ ਬੈਨ ਕਹੇ, ਜਦੋਂ ਬੇਬੇ ਨਾਨਕੀ ਦੇ ਬਚਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣੇ ਤੇ ਸਤਿਗੁਰੂ ਜੀ ਕਹਿਣ ਲੱਗੇ, ਕਹੋ ਕੌਣ ਪਦਾਰਥਹੀਨ ਰਹੇ। ਭੈਣ ਜੀ ਇਹ ਦੱਸੋ ਵੀ ਸੁਲੱਖਣੀ ਨੂੰ ਕਿਹੜੀ ਚੀਜ਼ ਦੀ ਘਾਟ ਹੈ? ਘਰ ਦੇ ਵਿੱਚ ਕੀ ਰਾਸ਼ਨ ਪਾਣੀ ਨਹੀਂ ਆਉਂਦਾ? ਕੀ ਘਰ ਦੇ ਵਿੱਚ ਕੱਪੜੇ ਲੱਤੇ ਦੀ, ਗਹਿਣੇ ਗੱਟੇ ਦੀ ਕੋਈ ਘਾਟ ਹੈ? ਹਰ ਚੀਜ਼ ਘਰ ਦੇ ਵਿੱਚ ਉਹਨੂੰ ਮੁਹੱਈਆ ਹੈ, ਹਰ ਚੀਜ਼ ਦਾ ਉਹਨੂੰ ਸੁੱਖ ਹੈ। ਚਿਤ ਚਾਹੇ ਪਚਾਏ ਦਇਓ ਸਭ ਹੀ, ਜੋ ਵੀ ਉਹ ਮੰਗਦੀ ਹੈ, ਜੋ ਵੀ ਉਹਨੂੰ ਚਾਹੀਦਾ ਹੁੰਦਾ ਹੈ, ਜੋ ਵੀ ਉਹਦੀ ਇੱਛਾ ਹੁੰਦੀ ਉਹੀ ਪਹੁੰਚਾ ਦਿੰਦੇ ਆ ਸਮਾਨ। ਨਹਿ ਰੰਜ ਕੀਓ ਉਰ ਤਾਂ ਕਬ ਹੀ, ਤੇ ਕਦੀ ਅਸੀਂ ਉਹਨੂੰ ਕੋੜੇ ਵੀ ਨਹੀਂ ਬੋਲੇ, ਕਦੀ ਉਹਨੂੰ ਝਿੜਕਿਆ ਨਹੀਂ, ਕਦੀ ਉਹਨੂੰ ਅਸੀਂ ਨਾਰਾਜ਼ ਨਹੀਂ ਕੀਤਾ, ਕਦੀ ਉਹਨੂੰ ਮਾੜਾ ਬੋਲ ਨਹੀਂ ਬੋਲਿਆ। ਭਗਨੀ ਕਹਿ ਤੂੰ ਪ੍ਰੇ ਦੀਨਨ ਕੋ, ਭੈਣ ਕਹਿਣ ਲੱਗੀ, ਵੀਰ ਜੀ ਠੀਕ ਹੈ ਤੁਹਾਡੀ ਗੱਲ, ਤੁਸੀਂ ਗਰੀਬਾਂ ਦੇ, ਨਿਮਾਣਿਆਂ ਦੇ, ਨਿਤਾਣਿਆਂ ਦੇ ਪਿਆਰੇ ਹੋ, ਉਹਨਾਂ ਦਾ ਆਸਰਾ ਹੋ ਤੁਸੀਂ। ਸਭ ਦੀਨ ਪਦਾਰਥਹੀਨਨ ਕੋ, ਤੁਸੀਂ ਹਰ ਇੱਕ ਗਰੀਬ ਨੂੰ ਦਿੰਦੇ ਹੋ, ਜੋ ਵੀ ਕੋਈ ਲੋੜਵੰਦ, ਕੋਈ ਭੁੱਖਾ ਨੰਗਾ, ਕੋਈ ਸਾਧੂ ਸੰਤ, ਕੋਈ ਫਕੀਰ, ਕੋਈ ਆ ਜਾਏ ਤੁਹਾਡੇ ਕੋਲ, ਤੁਸੀਂ ਉਹਨੂੰ ਖਾਲੀ ਨਹੀਂ ਮੋੜਦੇ। ਮੈਨੂੰ ਪਤਾ ਹੈ ਤੁਹਾਡਾ ਹੱਥ ਖੁੱਲ੍ਹਾ ਹੈ ਤੇ ਤੁਹਾਡੇ ਦਰ ਤੋਂ ਕੋਈ ਖਾਲੀ ਜਾਂਦਾ ਵੀ ਨਹੀਂ। ਸਭ ਤੇ ਬਦ ਆਦਰ ਹੈ ਮੁਖ ਕੋ, ਪਰ ਵੀਰ ਜੀ ਕੱਲੇ ਪਦਾਰਥਾਂ ਦੀ ਗੱਲ ਨਹੀਂ ਹੁੰਦੀ, ਕੱਪੜਿਆਂ ਗਹਿਣਿਆਂ ਦੀ ਗੱਲ ਨਹੀਂ ਹੁੰਦੀ, ਖਾਣ ਪੀਣ ਦੀ ਗੱਲ ਨਹੀਂ ਹੁੰਦੀ। ਸਭ ਤੋਂ ਵੱਡਾ ਆਦਰ ਮੂੰਹ ਦਾ ਆਦਰ ਹੁੰਦਾ ਹੈ। ਆਓ ਜੀ, ਬੈਠੋ ਜੀ, ਜੀ ਕਰਕੇ ਬੁਲਾਣਾ। ਸਾਧ ਸੰਗਤ ਜੀ, ਕਿਸੇ ਦੇ ਘਰ ਆਪਾਂ ਜਾਂਦੇ ਹਾਂ, ਕੋਈ ਖਾਣ ਦਾ ਭੁੱਖਾ ਤਾਂ ਨਹੀਂ ਹੁੰਦਾ, ਕੋਈ ਕਿਸੇ ਤੋਂ ਵੀ ਖਾਣ ਹੀ ਜਾਂਦਾ। ਵੀ ਆਪਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲਾਂ ਦੱਸੀਆਂ ਹੋਈਆਂ ਨੇ, ਕੁਝ ਵੀ ਨਹੀਂ ਛਕਾ ਸਕਦੇ ਘਰ 'ਚ, ਅੱਤ ਦੀ ਗਰੀਬੀ ਹੈ, ਤੇ ਆਪਾਂ ਉਹਨੂੰ ਇਹ ਤਾਂ ਕਹਿ ਸਕਦੇ ਹਾਂ, ਉਹ ਵੀਰ ਜੀ ਜੀ ਆਇਆਂ ਨੂੰ, ਬਹਿ ਜਾਓ। ਹੋਰ ਨਹੀਂ ਤੇ ਘੁੱਟ ਪਾਣੀ ਦਾ ਤਾਂ ਆਪਾਂ ਗਲਾਸ ਫੜਾ ਹੀ ਸਕਦੇ ਹਾਂ ਨਾ, ਪਾਣੀ ਜਲ ਸਕੋ। ਜੇ ਕੋਈ ਪ੍ਰਸ਼ਾਦਾ ਛਕਾ ਸਕਦੇ ਹਾਂ, ਪ੍ਰਸ਼ਾਦਾ ਛਕਾਓ। ਜੇ ਵਧੀਆ ਕੋਈ ਪਕਵਾਨ ਬਣਾ ਕੇ ਛਕਾ ਸਕਦੇ ਹਾਂ, ਉਹ ਛਕਾਓ, ਉਹ ਗੱਲ ਵੱਖਰੀ ਹੈ। ਪਰ ਜੇ ਆਪਾਂ ਛਕਾਈ ਜਾਈਏ ਪਰ ਮੂੰਹ ਤੋਂ ਦੋ ਪਿਆਰ ਦੇ ਬੋਲ ਨਾ ਬੋਲੀਏ, ਤੇ ਅਗਲਾ ਕਹੇਗਾ, ਅਗਲੇ ਦਿਨ ਆਵੇਗਾ ਨਹੀਂ ਮੁੜ ਕੇ। ਉਹ ਜਿਹੜੀ ਗੱਲ ਹੈ ਉਹ ਸਭ ਤੋਂ ਵੱਡੀ ਹੈ, ਜਿਹੜੇ ਮੂੰਹ ਦਾ ਸਤਿਕਾਰ ਹੈ। ਆਓ ਜੀ, ਬੈਠੋ ਜੀ, ਵੀਰ ਜੀ, ਭੈਣ ਜੀ, ਬਾਬਾ ਜੀ, ਇੱਦਾਂ ਜੀ ਕਰਕੇ ਬੁਲਾਣਾ। ਤੇ ਜੇ ਇਹ ਨਹੀਂ ਆਉਂਦਾ, ਜੇ ਦੋ ਬੋਲ ਮਿੱਠੇ ਨਹੀਂ ਬੋਲਣੇ ਆਉਂਦੇ, ਤੇ ਫੇਰ ਖਾਧਾ ਪੀਤਾ, ਕੱਪੜਾ ਲੱਤਾ, ਗਹਿਣਾ ਗੱਟਾ, ਉਹਦੀ ਕੋਈ ਵੈਲਿਊ ਨਹੀਂ। ਮਹਾਰਾਜ ਦੀ ਭੈਣ ਕਹਿੰਦੀ ਹੈ, ਵੀਰ ਜੀ ਤੁਸੀਂ ਸਭ ਕੁਝ ਘਰ 'ਚ ਦਿੰਦੇ ਹੋ, ਮੈਨੂੰ ਪਤਾ ਹੈ ਘਰ 'ਚ ਕੋਈ ਕਮੀ ਨਹੀਂ, ਪਰ ਸਭ ਤੋਂ ਵੱਧ ਕੇ ਆਦਰ ਮੂੰਹ ਦਾ ਆਦਰ, ਮੁਖ ਦੇ ਬੋਲਾਂ ਦਾ ਆਦਰ ਹੁੰਦਾ ਹੈ। ਤੇ ਕੋ ਪਤ ਬੈਨ ਕਹ ਸੁਖ ਕੋ, ਪਤੀ ਆਪਣੀ ਪਤਨੀ ਨੂੰ ਪਿਆਰ ਦੇ ਦੋ ਬੋਲ ਬੋਲ ਲਵੇ, ਉਹਦਾ ਦੁੱਖ ਸੁੱਖ ਸੁਣ ਲਵੇ, 2-4 ਮਿੰਟ ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਲਵੇ, ਘਰ ਦੇ ਬਾਰੇ ਪੁੱਛ ਲਵੇ, ਪਰਿਵਾਰ ਬਾਰੇ ਪੁੱਛ ਲਵੇ, ਉਹਦੀ ਸਿਹਤ ਬਾਰੇ ਪੁੱਛ ਲਵੇ, ਉਹਦੇ ਖਿਆਲਾਂ ਬਾਰੇ ਪੁੱਛ ਲਵੇ, ਉਹਦਾ ਮਨ ਹੌਲਾ ਹੋ ਜਾਂਦਾ ਹੈ। ਦੋਹਰਾ ਕੰਤ ਨਾ ਬੋਲਤ ਤੀਆ ਸੋ, ਮਹਾਰਾਜ ਦੀ ਭੈਣ ਦਾ ਕਹਿ ਰਹੀ ਹੈ, ਮਹਾਰਾਜ ਜੇ ਪਤੀ ਆਪਣੀ ਪਤਨੀ ਨਾਲ ਬੋਲੇ ਹੀ ਨਾ, ਅਵਰ ਪਦਾਰਥ ਪਾਸ, ਹੋਰ ਸਾਰੀਆਂ ਚੀਜ਼ਾਂ ਦੇ ਦੇਵੇ, ਕੱਪੜੇ ਲੈ ਦੇਵੇ, ਵਧੀਆ ਸੂਟ ਪਸਵਾ ਦੇਵੇ, ਗਹਿਣੇ ਬਣਵਾ ਕੇ ਦੇ ਦੇਵੇ, ਖਾਣ ਪੀਣ ਦੀਆਂ ਚੀਜ਼ਾਂ ਬਹੁਤ ਲਿਆ ਕੇ ਰੱਖ ਦੇਵੇ, ਸਾਰੀ ਸੁੱਖ ਸੁਵਿਧਾ ਹੋਵੇ, ਪਰ ਬੋਲੇ ਨਾ ਚੱਜ ਨਾਲ, ਉਹਦੇ ਨਾਲ ਪਿਆਰ ਦੀਆਂ ਦੋ ਗੱਲਾਂ ਨਾ ਕਰੇ। ਰੰਚਕ ਸੁਖ ਨਹਿ ਦੇ ਸਰਬ, ਉਹ ਸਾਰੀਆਂ ਚੀਜ਼ਾਂ, ਉਹ ਗਹਿਣੇ ਕੱਪੜੇ, ਉਹ ਖਾਣ ਪੀਣ ਦੀਆਂ ਚੀਜ਼ਾਂ, ਉਹ ਘਰ ਮਕਾਨ ਸਭ ਕੁਝ ਹੋਵੇ, ਉਹ ਉਸ ਪਤਨੀ ਨੂੰ ਰੰਚਕ ਮਾਤਰ ਵੀ ਸੁੱਖ ਨਹੀਂ ਦੇ ਸਕਦਾ। ਥੋੜਾ ਜਿਹਾ ਵੀ ਉਸ ਨੂੰ ਆਨੰਦ ਨਹੀਂ ਆਵੇਗਾ।
ਜੇ ਉਹਦਾ ਪਤੀ ਉਹਦੇ ਨਾਲ ਪਿਆਰ ਦੀਆਂ ਦੋ ਗੱਲਾਂ ਨਹੀਂ ਕਰਦਾ, ਬਿਨ ਤੰਦੁਲ ਤੁਖ ਰਾਸ, ਉਹ ਇਸ ਤਰ੍ਹਾਂ ਹੀ ਸਮਝ ਲਓ ਵੀ ਜਿਵੇਂ ਚਾਵਲ ਤੋਂ ਬਿਨਾਂ ਉੱਪਰ ਛਿਲਕਾ ਹੀ ਹੋਵੇ, ਵਿੱਚ ਚਾਵਲ ਦਾ ਦਾਣਾ ਨਾ ਹੋਵੇ ਤੇ ਛਿਲਕਾ ਹੋਵੇ, ਛਿਲਕੇ ਨੇ ਕੀ ਸੁੱਖ ਦੇਣਾ। ਇਹ ਜਿੰਨੇ ਵੀਰ ਜੀ ਪਦਾਰਥ ਨੇ, ਕੱਪੜੇ ਨੇ, ਗਹਿਣੇ ਨੇ, ਘਰ ਖਾਣ ਪੀਣ ਦਾ ਸਮਾਨ ਹੈ, ਇਹ ਛਿਲਕਾ ਹੈ। ਤੇ ਜਿਹੜੇ ਦੋ ਬੋਲ ਪਿਆਰ ਦੇ ਪਤਨੀ ਨਾਲ ਬਹਿ ਕੇ ਪਤੀ ਨੇ ਕਰ ਲੈਣੇ ਨੇ, ਉਹ ਸਮਝੋ ਚਾਵਲ ਹੈ। ਹਾਂਜੀ, ਤੋਟਕ ਛੰਦ ਮਨ ਮਾਹੇ ਸਸਾ ਤੁਮਰੇ ਸੋ ਕਰੋ। ਇਹ ਸੁਣ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਆਪਣੀ ਭੈਣ ਨੂੰ, ਠੀਕ ਹੈ ਭੈਣ ਜੀ, ਜੋ ਤੁਹਾਡੇ ਮਨ ਵਿੱਚ ਹੈ ਅਸੀਂ ਉਦਾਂ ਹੀ ਕਰਾਂਗੇ। ਨਿਤ ਆਇਸ ਮੈਂ ਉਰੇ ਮਾਹੇ ਤਰੋ, ਤੁਹਾਡੀ ਆਗਿਆ ਤਾਂ ਅਸੀਂ ਮੋੜ ਹੀ ਨਹੀਂ ਨਾ ਸਕਦੇ ਭੈਣ ਜੀ, ਜੋ ਤੁਸੀਂ ਕਹੋਗੇ ਅਸੀਂ ਉਹਦੇ ਅਨੁਸਾਰ ਹੀ ਵਿਚਰਾਂਗੇ। ਬਿਰਤਾਂਤ ਅਬੈ ਇਹ ਜਾਣ ਦਿਜੈ। ਹੁਣ ਇਹ ਗੱਲ ਛੱਡੋ ਭੈਣ ਜੀ, ਹੁਣ ਇਹ ਖਿਆਲ ਤੋਂ ਹੋਰ ਪਾਸੇ ਆਪਣਾ ਧਿਆਨ ਲਾਓ। ਕਛ ਬਾਤ ਬਖਾਨਨ ਆਨ ਕਿਜੈ। ਕੋਈ ਹੋਰ ਗੱਲ ਦੱਸੋ, ਹੋਰ ਕੋਈ ਬਚਨ ਕਰੋ। ਸੁਨ ਸੋਦਰ ਲਾਲਸ ਰਹਿਣ ਦੇਨਾ। ਹਾਂ, ਬੇਬੇ ਕਹਿਣ ਲੱਗੀ ਵੀਰ ਜੀ ਸੁਣ ਲਓ ਫਿਰ। ਇਹ ਭਰਾ ਜੀ, ਦਿਨ ਰਾਤ ਮੇਰੇ ਮਨ ਵਿੱਚ ਇਹੀ ਲਾਲਸਾ ਰਹਿੰਦੀ ਹੈ, ਤੁਮ ਤਾਤ ਪੇਖਾਂ ਤੋਂ ਆਨੰਦ ਕਨਾ। ਮੈਂ ਤੇਰਾ ਪੁੱਤਰ ਵੇਖਣਾ ਚਾਹੁੰਦੀ ਹਾਂ। ਉਹ ਦਿਨ ਕਦੋਂ ਆਵੇਗਾ, ਉਹ ਭਾਗਾਂ ਵਾਲੀ ਘੜੀ ਕਦੋਂ ਆਵੇਗੀ, ਜਦੋਂ ਮੇਰੀ ਗੋਦ 'ਚ ਮੇਰਾ ਭਤੀਜਾ ਖੇਡੇਗਾ। ਤੇ ਲਾਲਤ ਹੋਏ ਖੁਸ਼ੀ ਹਮਰੇ। ਹੇ ਨਾਨਕ ਵੀਰ, ਤੇਰੇ ਪੁੱਤਰ ਨੂੰ ਪਾਲਾਂਗੀ, ਉਹਨੂੰ ਲਾਡ ਪਿਆਰ ਕਰਾਂਗੀ, ਉਹਨੂੰ ਗੋਦੀ ਚੁੱਕਾਂਗੀ, ਉਹਨੂੰ ਮੈਂ ਖਵਾਵਾਂ ਪਿਆਵਾਂਗੀ ਆਪਣੇ ਹੱਥੀਂ, ਤੇ ਉਹ ਖੁਸ਼ੀ ਦਾ ਮੈਨੂੰ ਕੋਈ ਉਹਦਾ ਪਾਰਾਵਾਰ ਨਹੀਂ ਹੋਵੇਗਾ। ਉਹ ਸਮੇਂ ਦੀ ਮੈਂ ਉਡੀਕ ਵਿੱਚ ਹਾਂ। ਉਹ ਭਾਗਾਂ ਵਾਲੀ ਘੜੀ ਕਦੋਂ ਆਵੇਗੀ, ਜਦੋਂ ਮੇਰੇ ਵੀਰ ਦੇ ਘਰ ਪੁੱਤਰ ਹੋਵੇਗਾ। ਤੇ ਲਾਲਤ ਹੋਏ ਖੁਸ਼ੀ ਹਮਰੇ। ਉਹਨੂੰ ਪਾਲਦਿਆਂ, ਲਾਲ ਪਿਆਰ ਕਰਦਿਆਂ ਮੈਨੂੰ ਖੁਸ਼ੀ ਹੋਵੇਗੀ। ਅਸ ਜਾਚ ਕਰੋ ਢਿਗ ਮੈਂ ਤੁਮਰੇ। ਇਹ ਵੀਰ ਜੀ, ਇਹ ਮੰਗ ਮੈਂ ਤੁਹਾਡੇ ਤੋਂ ਮੰਗਣੀ, ਇਹ ਮੇਰੀ ਇੱਛਾ ਹੈ, ਕਿਰਪਾ ਕਰੋ ਮੇਰੇ ਘਰ ਮੇਰੇ ਵੀਰ ਦਾ ਪੁੱਤਰ, ਮੇਰਾ ਭਤੀਜਾ ਖੇਡੇ। ਸੋਰਠ ਭਈ ਮਨੋਰਥਵਾਨ ਤੂੰ ਭਗਤਨ ਕਰ ਤਾਰ ਕੀ। ਇਹ ਸੁਣ ਕੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ, ਤੂੰ ਕਰਤਾਰ ਦੀ ਭਗਤਣੀ ਹੈ, ਤੂੰ ਪਰਮੇਸ਼ਰ ਦੀ ਪਿਆਰੀ ਭਗਤਣੀ ਹੈ, ਤੇ ਤੇਰੇ ਮਨ ਵਿੱਚ ਇਹ ਮਨੋਰਥ ਉੱਠਿਆ ਹੈ, ਫੁਰਨਾ ਉੱਠਿਆ ਹੈ। ਭਈ ਮਨੋਰਥਵਾਨ ਤੂੰ ਭਗਤਨ ਕਰਤਾਰ ਕੀ, ਤੂੰ ਕਰਤਾਰ ਦੀ ਭਗਤਣੀ, ਤੇ ਤੇਰੇ ਮਨ ਵਿੱਚ ਇਹ ਫੁਰਨਾ ਵੀ ਮੇਰੇ ਘਰ ਭਤੀਜਾ ਖੇਡੇ, ਇਹ ਜੋ ਫੁਰਨਾ ਹੋਇਆ ਹੈ। ਪੂਰਾ ਕਿਰਪਾ ਨਿਦਾਨ ਭਗਤ ਵਛਲ ਵਡ ਬਿਰਦ ਜੇ। ਉਹ ਕਿਰਪਾ ਨਿਦਾਨ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ, ਜਿਹੜਾ ਆਪਣੇ ਭਗਤਾਂ ਦਾ ਪਿਆਰਾ ਹੈ, ਆਪਣੇ ਭਗਤਾਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰੀਆਂ ਹੀ ਦਾਤਾਂ ਦਾ ਦਾਤਾ ਹੈ, ਤੇਰਾ ਮਨੋਰਥ ਵੀ ਪੂਰਾ ਕਰੇਗਾ। ਤੋਟਕ ਛੰਦ ਅਸ ਭਾਖ ਗਿਰਾ ਸੁਖ ਸਾਗਰ ਜੋ। ਇਸ ਤਰ੍ਹਾਂ ਦੇ ਬਚਨ ਸੱਚੇ ਪਾਤਸ਼ਾਹ ਸੁੱਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਜੀ ਨੂੰ ਆਖੇ ਹਨ। ਉਠ ਆਪਨ ਆਏ ਉਜਾਗਰ ਜੋ। ਤੇ ਫਿਰ ਸੱਚੇ ਪਾਤਸ਼ਾਹ ਜੀ ਉੱਠ ਕੇ ਆਪਣੀ ਦੁਕਾਨ ਮੋਦੀਖਾਨੇ ਵਿੱਚ ਆ ਗਏ ਹਨ। ਭਗਨੀ ਹਰਖੀ ਸਰਸੀ ਉਰ ਮੈਂ। ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਵੀ ਅੱਜ ਭਰਾ ਜੀ ਨੇ ਮੇਰਾ ਮਨੋਰਥ ਪੂਰਾ ਕਰ ਦਿੱਤਾ ਹੈ, ਉਹਨਾਂ ਨੇ ਬਚਨ ਕਰ ਦਿੱਤਾ ਹੈ। ਉਹਨਾਂ ਦੀ ਰਸਨਾ ਦੇ ਬੋਲ ਕਦੀ ਖਾਲੀ ਨਹੀਂ ਜਾਂਦੇ। ਜਿਵ ਨਵ ਨਿਦ ਆਨ ਪਰੀ ਘਰ ਮੈਂ। ਇੰਨੀ ਖੁਸ਼ੀ ਹੋਈ ਬੇਬੇ ਨਾਨਕੀ ਨੂੰ ਜਿਵੇਂ 9 ਨਿਧੀਆਂ 18 ਸਿੱਧੀਆਂ ਘਰ 'ਚ ਆ ਗਈਆਂ ਹੋਣ। ਕਬ ਸੋਦਰ ਬਾਕ ਨਾ ਕੂਰ ਭਇਓ। ਮਨ ਵਿੱਚ ਸੋਚਦੀ ਹੈ ਕਦੀ ਵੀਰ ਜੀ ਦਾ ਬਚਨ ਝੂਠਾ ਹੋਇਆ ਨਹੀਂ। ਅੱਜ ਤੱਕ ਜੋ ਵੀ ਇਹਨਾਂ ਦੀ ਰਸਨਾ ਤੋਂ ਬੋਲ ਨਿਕਲੇ ਨੇ ਉਹ ਪੂਰੇ ਹੀ ਹੋਏ ਨੇ। ਬਹੁ ਬਾਰਨ ਮੈਂ ਪਤੇ ਆਏ ਲਓ। ਮੈਂ ਬਹੁਤ ਵਾਰੀ ਪਤਿਆ ਕੇ ਵੇਖਿਆ ਹੈ। ਉਰ ਮੋਰ ਮਨੋਰਥ ਹੋਏ ਰਹਾ। ਮੇਰੇ ਮਨ ਦੇ ਵਿੱਚ ਇਹ ਮਨੋਰਥ ਹੋਇਆ, ਜੋ ਇਹ ਫੁਰਨਾ ਹੋਇਆ, ਇਹ ਸਤਿਗੁਰੂ ਜ਼ਰੂਰ ਪੂਰਾ ਕਰਨਗੇ। ਸਤ ਸੰਦ ਸਦਾ ਸਤ ਬੈਨ ਕਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਹੀ ਸੱਚੇ ਹੀ ਬਚਨ ਕਰਦੇ ਨੇ।
ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਮਨੋਰਥ ਕਰਤਾਰ ਪੂਰੇ ਕਰੇਗਾ। ਸੋ ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦੇ ਸਰੂਪ ਗੁਰੂ ਨਾਨਕ ਦੇਵ ਜੀ ਨੇ ਬਚਨ ਕਹਿ ਦਿੱਤਾ ਹੈ, ਉਹ ਹੁਣ ਅਟਲ ਹੋਵੇਗਾ। ਬੜੀ ਛੇਤੀ ਮੈਂ ਭਤੀਜੇ ਦਾ ਮੂੰਹ ਵੇਖਾਂਗੀ। ਦੋਹਰਾ ਦੋਖ ਨਿਕੰਦਨ ਕੰਦ ਸੁਖ। ਸਾਧ ਸੰਗਤ ਜੀ, ਦੋਖਾਂ ਦਾ ਨਾਸ ਕਰਨ ਵਾਲੇ ਤੇ ਸੁੱਖਾਂ ਦੇ ਮੂਲ ਸਦਨ ਲਗੇ ਪੁਨ ਜਾਨ। ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ਆਪਣੇ ਘਰ ਜਾਣ ਲੱਗ ਪਏ। ਅੱਗੇ ਦਾ ਰਾਤ ਨੂੰ ਵੀ ਹੋਦੀ ਖਾਨੇ 'ਚ ਹੀ ਰਹਿ ਜਾਂਦੇ ਸਨ, ਉੱਥੇ ਹੀ ਬੈਠੇ ਭਜਨ ਕਰੀ ਜਾਣਾ ਸਾਰੀ ਸਾਰੀ ਰਾਤ। ਭਾਈ ਬਾਲੇ ਨਾਲ ਗਿਆਨ ਗੋਸ਼ਟ ਕਰਦੇ ਰਹਿਣਾ, ਸਾਰਾ ਦਿਨ ਦੁਕਾਨ ਦੇ ਉੱਤੇ ਸੌਦਾ ਵੰਡਦੇ ਰਹਿਣਾ, ਤੇ ਰਾਤ ਨੂੰ ਉੱਥੇ ਹੀ ਘੜੀ ਆਰਾਮ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉੱਥੇ ਹੀ ਸਮਾਧੀ ਲਾ ਲੈਣੀ। ਪਰ ਹੁਣ ਸਤਿਗੁਰੂ ਜੀ ਆਪਣੀ ਭੈਣ ਦਾ ਬਚਨ ਮੰਨ ਕੇ ਆਪਣੇ ਘਰ ਆਪਣੀ ਧਰਮ ਪਤਨੀ ਮਾਤਾ ਜੀ ਮਾਤਾ ਸੁਲੱਖਣੀ ਜੀ ਦੇ ਕੋਲ ਜਾਣ ਲੱਗ ਪਏ। ਅਰ ਫੁੱਲਤ ਕਵਲ ਬੰਦ ਬਦਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਕਮਲ ਦੇ ਫੁੱਲ ਤਰ੍ਹਾਂ ਖਿੜਿਆ ਰਹਿੰਦਾ ਹੈ। ਰਤਨ ਕੋੰਦਤ ਦੀਵਾਨ। ਤੇ ਜਿਵੇਂ ਮਰਤਬਾਨ ਦੇ ਫੁੱਲ ਹੁੰਦੇ ਨੇ, ਏਦਾਂ ਦੇ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਦੰਦ ਚਮਕਦੇ ਮੋਤੀਆਂ ਵਰਗੇ। ਤੋਟਕ ਛੰਦ ਦਿਨ ਆਪਨ ਮੈਂ ਨਿਸਤਾਮ ਰਹਿ। ਦਿਨੇ ਦਾ ਮੋਤੀ ਖਾਨੇ ਵਿੱਚ ਆਪਣੀ ਕਿਰਤ ਕਰਦੇ ਹਨ ਤੇ ਰਾਤ ਆਪਣੇ ਘਰ ਰਹਿੰਦੇ ਹਨ। ਜੇ ਪਾਵਕ ਵਾਕ ਅਮੰਕਦ ਹੈ। ਜਿਨ੍ਹਾਂ ਦੇ ਬਚਨ ਸਾਧ ਸੰਗਤ ਜੀ ਪਾਪਾਂ ਦਾ ਨਾਸ ਕਰਦੇ ਨੇ। ਨਾ ਜਿਵੇਂ ਅਗਨੀ ਸਾੜ ਦਿੰਦੀ ਹੈ ਨਾ ਕਿਸੇ ਪਦਾਰਥ ਨੂੰ, ਗੁਰੂ ਸਾਹਿਬ ਦੇ ਬਚਨ ਪਾਪਾਂ ਨੂੰ ਸਾੜ ਹੀ ਦਿੰਦੇ ਹਨ। ਹਰ ਖੰਗ ਔਰ ਸ਼ੋਕ ਸਮਾਨ ਜਿਸ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਮਨ ਵਿੱਚ ਹਰਖ ਸੋਗ ਬਰਾਬਰ ਹੀ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਉਹਦੀ ਅਵਸਥਾ ਇੱਕੋ ਜਿਹੀ ਰਹਿੰਦੀ ਹੈ। ਸਾਨੂੰ ਖੁਸ਼ੀ ਵਿੱਚ ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ, ਜੇ ਕੋਈ ਟੈਨਸ਼ਨ ਪਰੇਸ਼ਾਨੀ ਦਾ ਸਮਾਂ ਬਣ ਜੇ ਅਸੀਂ ਬੜੇ ਗਮਗੀਨ ਦਿਲਗੀਰ ਹੋ ਜਾਂਦੇ ਹਾਂ। ਪਰ ਸਤਿਗੁਰੂ ਜੀ ਸਦਾ ਹੀ ਇੱਕ ਰਸ ਰਹਿੰਦੇ ਹਨ। ਜਗ ਕੇ ਦੁਖ ਸੁਖ ਨਾ ਵਿਆਪਤ ਸੈ। ਜਿਨ੍ਹਾਂ ਨੂੰ ਸੰਸਾਰ ਦੇ ਦੁੱਖ ਤੇ ਸੁੱਖ ਨਹੀਂ ਵਿਆਪਦੇ। ਬਹੁ ਕੀਰਤ ਭੀ ਸੁਲਤਾਨ ਪਰੇ। ਐਸੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਵਡਿਆਈ ਸ੍ਰੀ ਸੁਲਤਾਨਪੁਰ ਨਗਰ 'ਚ ਬੜੀ ਪਸਰੀ ਹੈ। ਸੁਲਤਾਨਪੁਰ ਦੇ ਆਲੇ ਦੁਆਲੇ ਇਲਾਕੇ ਵਿੱਚ ਵੀ ਗੁਰੂ ਸਾਹਿਬ ਦਾ ਜਸ ਹਰ ਇੱਕ ਗਰੀਬ ਗੁਰਬਾ ਲੋੜਵੰਦ ਕਰਦਾ ਹੈ। ਕਿਉਂਕਿ ਜਿਹੜਾ ਵੀ ਕੋਈ ਲੋੜਵੰਦ, ਜਿਹਦੇ ਘਰ 'ਚ ਪੈਸੇ ਨਹੀਂ ਹੁੰਦੇ, ਆਟਾ ਦਾਲ ਨਹੀਂ ਹੁੰਦੀ, ਕੋਈ ਖਾਣ ਪੀਣ ਦਾ ਸਮਾਨ ਨਹੀਂ ਹੁੰਦਾ, ਕੋਈ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਉਹ ਜਾ ਕੇ ਮਹਾਰਾਜ ਦੇ ਦਰ ਤੇ ਆਪਣੀ ਗੁਹਾਰ ਲਾ ਦਿੰਦਾ ਤੇ ਸੱਚੇ ਪਾਤਸ਼ਾਹ ਉਹਦੀ ਝੋਲੀ ਭਰ ਦਿੰਦੇ ਆ, ਉਹਨੂੰ ਸਹਾਰਾ ਹੁੰਦਾ। ਤੇ ਸਾਧ ਸੰਗਤ ਜੀ, ਇੱਕ ਗੱਲ ਸਾਰੇ ਹੀ ਮਹਾਂਪੁਰਸ਼ਾਂ ਵਿਦਵਾਨਾਂ ਨੇ ਸਾਰੇ ਗ੍ਰੰਥਾਂ 'ਚ ਲਿਖੀ ਹੋਈ ਹੈ ਵੀ ਜੇ ਕੋਈ ਬੰਦਾ ਸੋਭਾ ਖੱਟਣੀ ਚਾਹੁੰਦਾ ਨਾ, ਉਹਦੀ ਵਡਿਆਈ ਹੋਣੀ ਹੈ ਜਿਹਨੇ ਦਾਨ ਕਰਨਾ, ਜਿਹਨੇ ਦੇਣਾ ਹੈ ਨਾ, ਉਹਦੀ ਸੋਭਾ ਨੂੰ ਕੋਈ ਕੱਟ ਨਹੀਂ ਸਕਦਾ। ਤੇ ਜਿਹੜੇ ਮੇਰੇ ਵਰਗੇ ਲੈਣ ਦੇ ਹੀ ਤੁਲੇ ਹਰ ਵੇਲੇ ਲਈ ਜਾਣਾ ਲੁੱਟੀ ਜਾਣਾ, ਉਹਦੀ ਸੋਭਾ ਨਹੀਂ ਹੋਣੀ। ਹਮੇਸ਼ਾ ਸੋਭਾ ਦਾਨੀ ਦੀ ਹੁੰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਦਾਤੇ ਹਨ, ਉਹਨਾਂ ਦੀ ਸੋਭਾ ਤਾਂ ਹੋਣੀ ਸੀ। ਹਾਂਜੀ, ਨਰ ਨਾਰ ਮਹੂਰ ਮਹੂ ਚਰੇ। ਬਾਰ-ਬਾਰ ਹਰ ਇੱਕ ਇਸਤਰੀ ਪੁਰਸ਼ ਗੁਰੂ ਸਾਹਿਬ ਦਾ ਜਸ ਗਾ ਰਹੇ ਸਨ। ਬਹੁ ਦੀਨਨ ਦਾ ਉਪਕਾਰ ਕਰੈ। ਦੀਨਾਂ ਨੂੰ ਦਾਨ ਦੇਣ ਵਾਲੇ ਪਰਉਪਕਾਰੀ ਗੁਰੂ ਨਾਨਕ ਸਾਹਿਬ ਦਾ ਸਾਰੇ ਹੀ ਜਸ ਕਰਦੇ ਸਨ। ਧਨ ਲਾਲਸਨਾ ਮਨ ਮਾਹੇ ਧਰੈ। ਸਭ ਦੁਨੀਆ ਕਹਿੰਦੀ ਸੀ ਵੀ ਬੜੇ ਤਿਆਗੀ ਹਨ, ਬੜੇ ਦਾਨੀ ਹਨ, ਪੈਸੇ ਦਾ ਲਾਲਚ ਨਹੀਂ ਕਰਦੇ। ਸਮ ਏਸ ਉਧਾਰ ਨਾ ਔਰ ਪਇਓ। ਕਹਿੰਦੇ ਇਹਦੇ ਵਰਗਾ ਖੁੱਲੇ ਦਿਲ ਵਾਲਾ ਬੰਦਾ ਨਹੀਂ ਵੇਖਿਆ ਕੋਈ। ਕਦੀ ਪੁੱਛਣਾ ਹੀ ਨਹੀਂ ਤੇਰੇ ਕੋਲ ਪੈਸੇ ਹੈ ਨੇ ਕਿ ਨਹੀਂ, ਪਹਿਲਾਂ ਹੀ ਸੌਦਾ ਦੇ ਦੇਣਾ। ਅਗਲਾ ਦੇ ਜਾਵੇ, ਨਾ ਦੇਵੇ ਤਾਂ ਕੋਈ ਗੱਲ ਨਹੀਂ। ਤੇ ਫਿਰ ਵੀ ਘਾਟਾ ਪੈਂਦਾ ਨਹੀਂ ਸੀ, ਤੇਰਾ ਕਰਕੇ ਤੋਲਦੇ ਸੀ ਤੇ ਹਰ ਵਾਰੀ ਵਾਧਾ ਹੀ ਨਿਕਲਦਾ ਸੀ। ਹਾਂਜੀ, ਨਰ ਜਾਚਿਤ ਜੋ ਨਹਿ ਛੂਛ ਗਇਓ। ਜਿਹੜਾ ਵੀ ਮੰਗਤਾ ਮੇਰੇ ਪਾਤਸ਼ਾਹ ਦੇ ਮੋਦੀ ਖਾਨੇ 'ਚ ਆ ਗਿਆ, ਦੁਪਹਿਰੀ ਆ ਗਿਆ, ਸ਼ਾਮੀ ਆ ਗਿਆ, ਸਵੇਰੇ ਆ ਗਿਆ, ਰਾਤੀ ਆ ਗਿਆ, ਖਾਲੀ ਨਹੀਂ ਜਾਣ ਦਿੱਤਾ। ਪੁਰਹੂਤ ਸਮਾਨ ਜ ਦੇਖ ਸੋ ਦੇ। ਇੰਦਰ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਖੁੱਲੇ ਹੀ ਦਾਨ ਕਰਦੇ ਨੇ। ਪਰ ਕਹਿੰਦੇ ਇੰਦਰ ਵੀ ਨਹੀਂ ਰੀਸ ਕਰ ਸਕਦਾ, ਕਿਉਂਕਿ ਇੰਦਰ ਦਾਨ ਤਾਂ ਕਰਦਾ ਪਰ ਟਾਈਮ ਦੇਖ ਕੇ ਕਰਦਾ।
ਸਮੇਂ ਨਾਲ। ਸਾਵਣ ਦੇ ਮਹੀਨੇ ਵਿੱਚ ਇੰਦਰਦਾਨ ਕਰਦਾ, 12 ਮਹੀਨੇ ਦਾ ਨਹੀਂ ਕਰਦਾ। ਸਾਵਣ ਭਾਦੋਂ ਦੇ ਵਿੱਚ ਇੰਦਰ ਵਸਦਾ, ਦੁਨੀਆ ਨੂੰ ਦਿੰਦਾ, ਤੇ ਮੀਂਹ ਪੈਂਦਾ ਤੇ ਸਮਝੋ ਸਾਰਿਆਂ ਦੇ ਘਰ ਕੋਠੀ 'ਚ ਦਾਣੇ ਆ ਜਾਂਦੇ ਆ। ਉਹਦਾ ਟਾਈਮ ਦੇਖ ਕੇ ਦਿੰਦਾ ਹੈ। ਇਸ ਕਾਲ ਵਿਚਾਰਨ ਨਾਹੀਂ ਕਦੇ। ਪਰ ਇਹ ਗੁਰੂ ਨਾਨਕ ਦੇਵ ਜੀ ਸਮਾਂ ਨਹੀਂ ਦੇਖਦੇ, 12 ਮਹੀਨੇ ਹੀ ਦੇਈ ਜਾਂਦੇ। ਇਹ ਸਵੇਰੇ ਵੀ ਦੇਈ ਜਾਂਦੇ ਆ, ਦੁਪਹਿਰੇ ਵੀ ਦੇਈ ਜਾਂਦੇ ਆ, ਸ਼ਾਮੀ ਵੀ ਦੇ ਜਾਂਦੇ, ਦਿਨੇ ਵੀ ਦਿੰਦੇ ਆ, ਰਾਤ ਦੇਈ ਜਾਂਦੇ। ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਐਸੇ ਦਾਤੇ ਹਨ। ਕਰੁਣਾਲ ਕੋਮਲ ਹੈ ਮਨਿਆ। ਹਾਂ, ਕਰੁਣਾ ਦੇ ਘਰ ਹਨ, ਕਰੁਣਾ ਦੇ ਘਰ ਹਨ ਤੇ ਮਨ ਬੜਾ ਕੋਮਲ ਹੈ, ਦਇਆ ਹੈ। ਹਰ ਇੱਕ ਬੰਦੇ ਦਾ ਦੁੱਖ ਵੇਖ ਕੇ ਇੱਕਦਮ ਹੀ ਪਸੀਜ ਜਾਣਾ। ਇਹ ਨਹੀਂ ਪੁੱਛਣਾ ਵੀ ਤੇਰੇ ਕੋਲ ਪੈਸੇ ਕਦੋਂ ਦੇਵੇਂਗਾ, ਕਿਵੇਂ ਦੇਵੇਂਗਾ। ਪਹਿਲਾਂ ਭਾਈ ਤੂੰ ਰੋਟੀ ਪਕਾ ਕੇ ਖਾ, ਫਿਰ ਦੇਖੀ ਜਾਏਗੀ। ਇੱਕ ਬੜੀ ਵੱਡੀ ਗੱਲ ਹੁੰਦੀ ਹੈ ਸਾਧ ਸੰਗਤ ਜੀ, ਇਹ ਤਾਂ ਹਰ ਕੋਈ ਕਰ ਨਹੀਂ ਸਕਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਹਿੱਸੇ ਆਇਆ ਤੇ ਉਹਨਾਂ ਦੇ ਸਿੱਖਾਂ ਨੂੰ ਵੀ, ਭਾਵੇਂ ਅਸੀਂ ਸਾਧ ਸੰਗਤ ਜੀ ਉੱਦਾਂ ਦੀ ਖੇਡ ਤਾਂ ਨਹੀਂ ਖੇਡ ਸਕਦੇ, ਪਰ ਸਾਨੂੰ ਆਪਣੇ ਗੁਰੂ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਆਖੋ ਸ੍ਰੀ ਵਾਹਿਗੁਰੂ। ਜੇ ਅਸੀਂ ਵਧੀਆ ਅੱਜ ਅਮਰੀਕਾ ਵਰਗੇ ਮੁਲਕ 'ਚ ਬੈਠੇ ਹਾਂ, ਅੱਜ ਸਾਡੇ ਕੋਲ ਮਾਇਆ ਦੀ, ਖਾਣ ਪੀਣ ਦੀ ਕੋਈ ਕਮੀ ਨਹੀਂ ਹੈ, ਤੇ ਸਾਨੂੰ ਆਪਣੇ ਉਹਨਾਂ ਲੋਕਾਂ, ਉਹਨਾਂ ਵੀਰਾਂ ਦੀ ਸਾਰ ਲੈਂਦੇ ਰਹਿਣਾ ਚਾਹੀਦਾ ਜਿਨ੍ਹਾਂ ਦੇ ਕੋਲ ਪਰਮੇਸ਼ਰ ਨੇ ਕਿਸੇ ਤਰ੍ਹਾਂ ਦੀ ਕੋਈ ਘਾਟ ਛੱਡੀ ਹੈ। ਆਪਣਾ ਫਰਜ਼ ਬਣਦਾ, ਕਿਉਂ ਇਹ ਆਪਣਾ ਆਪਾਂ ਦਾਨੀ ਬਣ ਕੇ ਨਹੀਂ ਬਣਨਾ, ਆਪਾਂ ਗੁਰੂ ਸੱਚੇ ਪਾਤਸ਼ਾਹ ਦੀ ਡਿਊਟੀ ਨਿਭਾਉਣੀ ਹੈ, ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਨੇ ਸਾਰੇ ਸੰਸਾਰ ਦੇ ਭਲੇ ਦੇ ਲਈ ਸਾਡੀ ਡਿਊਟੀ ਲਾਈ ਹੈ। ਉਹ 20 ਰੁਪਈਏ ਦਾ ਲੰਗਰ ਅਤੁੱਟ ਵਰਤ ਰਿਹਾ ਹੈ, ਔਰ ਕਲਾ ਵਰਤ ਰਹੀ ਹੈ, ਅੱਜ ਵੀ ਵਰਤ ਰਹੀ ਹੈ। ਇਸੇ ਕਰਕੇ ਖਾਲਸੇ ਦੀ ਵਡਿਆਈ ਹੈ। ਜੇ ਗੁਰੂ ਨਾਨਕ ਸਾਹਿਬ ਦੇ ਲੰਗਰ ਨਾ ਹੁੰਦੇ ਨਾ, ਸਾਨੂੰ ਕੋਈ ਪੁੱਛਦਾ ਨਾ। ਗੁਰੂ ਸਾਹਿਬ ਨੇ 2 ਚੀਜ਼ਾਂ ਦਿੱਤੀਆਂ, ਦੇਗ ਔਰ ਤੇਗ। ਬਾਦਸ਼ਾਹ ਬਾਣੀ 'ਚ ਕਹਿੰਦੇ ਦੇਗ ਤੇਗ ਜਗ ਮੈਂ ਦਊ ਚਲੈ। ਖਾਲਸੇ ਦੀ ਦੇਗ ਵੀ ਚਲਦੀ ਰਹੇ, ਖਾਲਸੇ ਦੀ ਤੇਗ ਵੀ ਚਲਦੀ ਰਹੇ, ਖਾਲਸੇ ਦਾ ਬੋਲਬਾਲਾ ਰਹੇਗਾ। ਅੱਜ ਸਾਧ ਸੰਗਤ ਜੀ, ਅੱਜ ਜਦੋਂ ਵੀ ਸੰਸਾਰ ਦੇ ਵਿੱਚ ਗੱਲ ਹੁੰਦੀ ਹੈ, ਖਾਲਸੇ ਦੀ ਦੇਗ ਤੇਗ ਦੀ ਹੁੰਦੀ ਹੈ। ਦੇਗ ਲੰਗਰ ਹੈ ਤੇ ਤੇਗ ਖਾਲਸੇ ਦਾ ਵੀਰ ਰਸ ਹੈ, ਜਿਹਦੇ ਅੱਗੇ ਬੜੇ ਬੜੇ ਵੱਡੇ ਝੁਕ ਜਾਂਦੇ ਹੈ। ਸੋ ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਗਰੀਬਾਂ ਦੀ, ਲੋੜਵੰਦਾਂ ਦੀ ਬਾਹ ਫੜੀ ਹੈ। ਪਰ ਪੀਰ ਪਰਾਏ ਪਰ ਪ੍ਰਨਿਆ। ਧੰਨ ਗੁਰੂ ਨਾਨਕ ਦੇਵ ਜੀ ਦੂਜਿਆਂ ਦੀ ਪੀੜਾ ਸੁਣ ਕੇ ਉਹਨਾਂ ਦੇ ਦੁੱਖ ਨੂੰ ਦੂਰ ਕਰਨ ਦਾ ਪਰਨ ਕਰੀ ਬੈਠੇ। ਇਹ ਉਹਨਾਂ ਦਾ ਪਰਨ ਹੈ ਕਿ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਲੋੜਵੰਦ ਦੁਖੀਆ ਆ ਜਾਵੇ, ਉਹਦਾ ਦੁੱਖ ਦੂਰ ਕਰਦੇ ਹਨ। ਸਤਸ਼ੀਲ ਸਮੇਤ ਸਦਾ ਸਰਸਾ। ਸਤ ਤੇ ਸੀਲ ਦਾ ਉਹਨਾਂ ਦਾ ਸੁਭਾਅ ਹੈ। ਤਨ ਜਾਹੇ ਬੇਕਾਰ ਨਾ ਕੋ ਪਰਸਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਤਨ ਨੂੰ ਕੋਈ ਵਿਕਾਰ ਪਰਸਿਆ ਹੀ ਨਹੀਂ, ਕਦੀ ਛੂਇਆ ਹੀ ਨਹੀਂ। ਦੋਹਰਾ ਜੇ ਨਿੰਦਕ ਬਿੰਦਤ ਨਹੀਂ। ਸਾਧ ਸੰਗਤ ਜੀ, ਜਿਹੜੇ ਨਿੰਦਕ ਹਨ ਉਹ ਸਰੀਅਤ ਨੂੰ ਜਾਣਦੇ ਨੇ, ਨਿੰਦਕਾਂ ਨੂੰ ਸੋਝੀ ਨਹੀਂ ਹੁੰਦੀ। ਨਿੰਦਕ ਜਿਹੜੇ ਹਨ ਉਹ ਮਹਾਰਾਜ ਦੀ ਬਾਣੀ 'ਚ ਬਚਨ ਹੈ, ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾਹੈ ਭਲੋ ਦੇਖ ਦੁਖ ਭਰੀ ਹੈ। ਜੇ ਤੇ ਉਹਨੂੰ ਕਿਸੇ ਦਾ ਔਗਣ ਨਜ਼ਰ ਆ ਜਾਏ, ਕਿਸੇ ਦੀ ਕੋਈ ਕਮੀ ਨਜ਼ਰ ਆ ਜਾਵੇ, ਉਹ ਫਿਰ ਖੁਸ਼ ਹੋ ਜਾਂਦਾ, ਕਹਿੰਦਾ ਲੈ ਹੁਣ ਗੱਲ ਬਣ ਗਈ, ਹੁਣ ਦੱਸਾਂਗੇ ਇਹਨੂੰ, ਹੁਣ ਭੰਡਾਂਗੇ। ਪਹਿਲਾਂ ਤਾਂ ਉੱਦਾਂ ਹੀ ਕੰਨੋਂ ਕੰਨੀ ਹੁੰਦੀ ਸੀ ਗੱਲਾਂ। ਅੱਜ ਕੱਲ੍ਹ ਤਾਂ ਕਲਯੁਗ ਦਾ ਬਹੁਤ ਵੱਡਾ ਹਥਿਆਰ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਹੀ ਹੈ। ਵਟਸਐਪ ਹੈ, ਫੇਸਬੁੱਕ ਹੈ, ਇੰਟਰਨੈਟ ਹੈ, ਉਹਦੇ 'ਤੇ ਪਾ ਦਿੰਦੇ ਆ ਫਟਾਫਟ ਸਾਰੀ ਦੁਨੀਆ ਵਿੱਚ ਫਲਾਣੇ ਬੰਦੇ ਨੇ ਆਹ ਕੰਮ ਗਲਤ ਕਰਤਾ। ਉਹ ਨਿੰਦਕਾਂ ਦਾ ਬਹੁਤ ਵੱਡਾ ਬੋਲਬਾਲਾ ਕਲਯੁਗ ਦੇ ਵਿੱਚ। ਪ੍ਰਬੋਧ ਚੰਦਰ ਨਾਟਕ ਕਦੀ ਪੜ੍ਹੋ ਨਾ ਤੁਸੀਂ। ਪ੍ਰਬੋਧ ਚੰਦਰ ਨਾਟਕ ਵਿੱਚ 2 ਫੌਜਾਂ ਦਾ ਜੰਗ ਦੱਸਿਆ ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ। ਇੱਕ ਤਾਂ ਫੌਜਾਂ ਨੇ ਵਿਵੇਕ ਦੀਆਂ, ਸਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ, ਚੰਗੀਆਂ ਚੀਜ਼ਾਂ ਜਿਹੜੀਆਂ ਨੇ। ਦੂਜੇ ਪਾਸੇ ਕਲਯੁਗ ਦੀਆਂ ਫੌਜਾਂ ਵੀ ਨੇ ਮੋਹ ਦੀਆਂ, ਉਹਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਸਾਰੀਆਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦੁਐਸ਼, ਨਿੰਦਾ, ਚੁਗਲੀ, ਇਹ ਸਾਰੀਆਂ ਚੀਜ਼ਾਂ ਉੱਧਰ ਆ ਜਾਂਦੀਆਂ। ਤਾਂ ਕਲਯੁਗ ਦੇ ਵਿੱਚ
ਨਿੰਦਾ ਜ਼ਿਆਦਾ ਵੱਧਦੀ। ਨਿੰਦਾ ਤੋਂ ਵੱਡਾ ਪਾਪ ਕੋਈ ਨਹੀਂ। ਮਹਾਰਾਜ ਕਹਿੰਦੇ ਸਾਰੇ ਪੁੰਨ ਉਦੋਂ ਖਤਮ ਹੁੰਦੇ ਜਦੋਂ ਤੁਸੀਂ ਨਿੰਦਾ ਕਰਦੇ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਵੀ ਜੇ ਕੋਈ ਬੰਦਾ ਸੋਨਾ ਦਾਨ ਕਰਦਾ ਹੋਵੇ, ਕੋਈ ਭੂਮੀ ਦਾਨ ਕਰਦਾ ਹੋਵੇ, ਕੋਈ ਜਾ ਕੇ ਕੁਰਸ਼ੇਤਰ ਦੇ ਸੂਰਜ ਗ੍ਰਹਿਣ 'ਤੇ ਦਾਨ ਕਰਦਾ ਹੋਵੇ, ਕੋਈ ਕਿਸੇ ਤਰ੍ਹਾਂ ਦੇ ਚੰਗੇ ਚੰਗੇ ਬੜੇ ਕੰਮ ਨੇ, ਚੰਗੇ ਕੰਮ ਕਰਦਾ ਹੋਵੇ, ਦਾਨ ਪੁੰਨ ਕਰਦਾ ਹੋਵੇ, ਪਰ ਜੇ ਨਿੰਦਾ ਕਰੇ ਉਹਦੇ ਸਾਰੇ ਖੇਹ ਸੁਆਹ ਹੋ ਜਾਂਦੇ। ਉਹ ਸਮਝੋ ਕਰੈ ਨਿੰਦ ਸਭ ਬਿਰਥਾ ਜਾਵੇ, ਕਰੈ ਨਿੰਦ ਸਭ ਬਿਰਥਾ ਜਾਵੇ, ਸਾਰਾ ਬਿਰਥਾ ਚਲਾ ਜਾਂਦਾ। ਤੇ ਨਿੰਦਕ ਲੋਕ ਜਿਹੜੇ ਨੇ ਉਹ ਕਿਸੇ ਦੀ ਕੋਈ ਮਾੜੀ ਜੀ ਵੀ ਕੋਈ ਲੂਜ ਕੋਈ ਗੱਲ ਪਕੜ ਆ ਜਾਵੇ, ਇੱਕਦਮ ਉਹਨੂੰ ਖੁਸ਼ੀ ਹੁੰਦੀ ਹੈ ਤੇ ਉਹ ਦੂਜਿਆਂ ਨੂੰ ਸੁਣਾਉਂਦੇ ਆ ਬੜੇ ਮਸਾਲੇ ਲਾ ਲਾ ਕੇ। ਗੱਲ ਤਾਂ ਥੋੜ੍ਹੀ ਹੁੰਦੀ ਹੈ, ਉਹਨੂੰ ਫਿਰ ਵੱਡਾ ਬਣਾ ਦਿੰਦੇ ਆ। ਤੇ ਦੂਜੇ ਪਾਸੇ ਜੇ ਕਿਸੇ ਦਾ ਭਲਾ ਦੇਖ ਲੈਣ, ਚੰਗਿਆਈ ਦੇਖ ਲੈਣ, ਉਹ ਦੁਖੀ ਹੁੰਦੇ, ਅੰਦਰੋਂ ਸੜਦੇ ਆ, ਕਹਿੰਦੇ ਇਹਦੀ ਵਡਿਆਈ ਹੋਵੇਗੀ, ਹੁਣ ਇਹ ਸਾਡੇ ਤੋਂ ਚਲੀ ਨਹੀਂ ਜਾਣੀ। ਤਾਂ ਗੁਰੂ ਨਾਨਕ ਦੀ ਵਡਿਆਈ ਵੇਖ ਕੇ ਨਿੰਦਕ ਬੜੇ ਦੁਖੀ ਹੁੰਦੇ ਹਨ। ਨਿੰਦਤ ਆਵਿਦ ਸੋਏ, ਉਹ ਗੁਰੂ ਮਹਾਰਾਜ ਨੂੰ ਉਲਟੇ ਤਰੀਕੇ ਨਾਲ ਇਸ ਤਰ੍ਹਾਂ ਨਿੰਦਦੇ ਹਨ। ਨਿੰਦਕਾਂ ਵਾਸਤੇ ਤਰੀਕੇ ਬੜੇ ਹਨ। ਨਿੰਦਕਾਂ ਦੇ ਕੋਲ ਦੋ ਤਰ੍ਹਾਂ ਦੇ ਦੋ ਧਾਰਾ ਖੰਡਾ ਹੁੰਦਾ, ਇਧਰੋਂ ਵੀ ਚੱਲਦਾ ਇਧਰੋਂ ਵੀ ਚੱਲਦਾ, ਦੋ ਧਾਰਾ ਹੁੰਦਾ। ਜੇ ਤਾਂ ਕਿਸੇ ਦਾ ਔਗਣ ਮਿਲ ਗਿਆ ਫਿਰ ਤਾਂ ਇਧਰੋਂ ਚੱਲਣਾ ਵੀ ਝਟਕਾ ਹੀ ਦਿਓ ਫਿਰ ਤਾਂ। ਤੇ ਜੇ ਕਿਸੇ ਦਾ ਗੁਣ ਵੇਖਿਆ ਉਹ ਫਿਰ ਐ ਨੂੰ ਵੀ ਚੱਲਦੇ ਆ। ਉਹ ਕਿਵੇਂ ਚੱਲਦੇ ਆ? ਉਹ ਕਹਿੰਦੇ ਇਹ ਜਿਹੜਾ ਦਾਨ ਦੂਨ ਕਰਦਾ ਨਾ ਅੱਜ ਕੱਲ੍ਹ, ਇਹ ਜਿਹੜਾ ਨਾਨਕ ਮੋਦੀ ਬੈਠਾ ਮੋਦੀ ਖਾਨੇ 'ਚ, ਇਹਨੇ ਕੀ ਕਰਨਾ ਪਤਾ? ਇਹਨੇ ਸਾਰਾ ਪੈਸਾ ਲੁਟਾ ਕੇ ਆਪ ਰਫੂ ਚੱਕਰ ਹੋ ਜਾਣਾ। ਸਰਕਾਰ ਦਾ ਖਜ਼ਾਨਾ, ਇਹ ਸਰਕਾਰੀ ਡਿਪੂ 'ਚ ਬੈਠਾ ਹੋਇਆ ਮੋਦੀ ਖਾਨੇ 'ਚ। ਇਹ ਕਿਹੜਾ ਪੱਲਿਓਂ ਦਾਨ ਕਰਦਾ? ਕਹਿੰਦੇ ਸਰਕਾਰੀ ਮਾਲ ਦਾ ਹੀ ਦਿੰਦਾ। ਜਦੋਂ ਇਹ ਘਾਟਾ ਪੈ ਗਿਆ ਇਹ ਦੌੜ ਜਾਏਗਾ। ਬਾਸਰ ਏਕ ਪਰਾਏ ਹੈ, ਇੱਕ ਦਿਨ ਇਹ ਦੌੜੇਗਾ ਛੱਡ ਕੇ। ਤੁਰਕਨ ਧਨ ਕੋ ਖੋਏ, ਇਹ ਤੁਰਕਾਂ ਦਾ ਧਨ ਗਵਾ ਕੇ ਸਾਰਾ ਕੁਝ ਛੱਡ ਕੇ ਆਪ ਦੌੜ ਜਾਏਗਾ ਤੇ ਸਰਕਾਰ ਵਿਚਾਰੀ ਘਾਟੇ ਚਲੀ ਜਾਏਗੀ। ਸੋਏ ਸੋਰਠਾ ਕੈਦੋਂ ਬੰਦਿਓ ਜਾਏ, ਤੇ ਜੇ ਨਾ ਦੌੜਿਆ ਤਾਂ ਇਹ ਜੇਲ੍ਹ ਵਿੱਚ ਜਾਏਗਾ, ਇਹ ਫਸ ਜਾਏਗਾ, ਇਹਨੂੰ ਸਰਕਾਰ ਸਜ਼ਾ ਕਰੇਗੀ। ਦੌਲਤ ਖਾਨ ਨਵਾਬ ਕੇ, ਇਹ ਦੌਲਤ ਖਾਨ ਨਵਾਬ ਦੀ ਜੇਲ੍ਹ ਵਿੱਚ ਚੱਕੀ ਪੀਸੇਗਾ। ਤੁਰਗਾ ਕਠੋਰ ਸੁਭਾਏ, ਹਾਂ, ਤੁਰਕਾਂ ਦਾ ਕਠੋਰ ਸੁਭਾਅ ਹੈ। ਤੁਰਕਾਂ ਨੇ ਛੱਡਣਾ ਥੋੜਾ ਇਹਨੂੰ। ਇਹ ਹਿੰਦੂਆਂ ਦਾ ਮੁੰਡਾ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਵੇ ਤੇ ਸਰਕਾਰ ਛੱਡੇਗੀ ਇਹਨੂੰ। ਤਾਂ ਤੁਰਕਾਂ ਨੇ ਬਹੁਤ ਸਜ਼ਾ ਦੇਣੀ ਹੈ। ਉਹ ਇੱਦਾਂ ਫਿਰ ਦੂਜੇ ਪਾਸਿਓਂ ਇਹ ਹੈ ਦੋ ਧਾਰਾ ਖੰਡਾ। ਜੇ ਤੇ ਗੁਰੂ ਨਾਨਕ ਸਾਹਿਬ ਹੁੰਦੇ ਕੰਜੂਸ, ਜਾਂ ਗੁਰੂ ਨਾਨਕ ਸਾਹਿਬ ਹੁੰਦੇ ਕੋਈ ਉਹਨਾਂ ਦੀ ਕੋਈ ਗਲਤੀ ਹੁੰਦੀ, ਫਿਰ ਤਾਂ ਇੱਧਰੋਂ ਚੱਲਣਾ ਸੀ ਕੰਮ। ਆਹ ਵੇਖੋ ਜੀ। ਤੇ ਦੂਜਾ ਪਾਸਾ ਉਹ ਹੁਣ ਵਡਿਆਈ ਹੋ ਰਹੀ ਹੈ। ਉਹ ਵਡਿਆਈ ਨੂੰ ਕੱਟਣ ਲਈ ਕੀ ਕਹਿੰਦੇ ਆ? ਕਹਿੰਦੇ ਤੁਰਕਾਂ ਨੇ ਜੇਲ੍ਹ ਛੁੱਟਣਾ ਇਹਨੂੰ, ਜਾਂ ਇਹ ਭੱਜੇਗਾ ਘਾਟਾ ਪਾ ਕੇ, ਤੇ ਜਾਂ ਫਿਰ ਇਹ ਜੇਲ੍ਹ ਵਿੱਚ ਚੱਕੀ ਪੀਸੇਗਾ। ਤਜਹ ਨਹੀਂ ਲਿਏ ਬਿਨਾ, ਸਰਕਾਰ ਤੁਰਕਾਂ ਦੀ ਹੈ, ਮੁਸਲਮਾਨੀ ਰਾਜ ਹੈ, ਤੇ ਉਹ ਹਿੰਦੂਆਂ ਨੂੰ ਇੰਨੀ ਆਜ਼ਾਦੀ ਨਹੀਂ ਦੇ ਸਕਦੇ ਵੀ ਉਹ ਸਰਕਾਰੀ ਖਜ਼ਾਨਾ ਲੁਟਾ ਦੇਣ। ਇਸ ਕਰਕੇ ਤਜਹ ਨਹੀਂ ਲਿਏ ਬਿਨਾ ਪੂਰਾ ਪਾਈ ਦਾ ਹਿਸਾਬ ਲੈਣਗੇ। ਜੈ ਰਾਮ ਵੀ ਫਸੇਗਾ, ਕਿਉਂਕਿ ਜੈ ਰਾਮ ਨੇ ਨੌਕਰੀ ਤੇ ਲਵਾਇਆ, ਤੇ ਭਾਈਆ ਜੈ ਰਾਮ ਇਹਦਾ ਜਿਹੜਾ ਜੀਜਾ ਹੈ ਉਹ ਵੀ ਜੇਲ੍ਹ ਜਾਏਗਾ। ਇੱਦਾਂ ਦੀਆਂ ਗੱਲਾਂ ਤੁਰਕ ਕਰਦੇ ਨੇ, ਇਹ ਜਿਹੜੇ ਨਿੰਦਕ ਲੋਕ ਕਰਦੇ ਨੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਨੰਦ ਵਿੱਚ ਤੇਰਾ 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 ਕਰਕੇ ਤੋਲੀ ਜਾਂਦੇ ਨੇ। ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੈ ਖਾਲਸਾ ਜੀ। ਉਹਨਾਂ ਦੇ ਘਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜਨਮ ਕਿਵੇਂ ਹੋਇਆ, ਉਹ ਕੱਲ੍ਹ ਦੇ ਪ੍ਰਕਰਣਾਂ ਵਿੱਚ ਆਪ ਜੀ ਕਥਾ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਕਿਰਪਾ ਕਰੇ ਮਹਾਰਾਜ ਕੱਲ੍ਹ ਦਾ ਦੀਵਾਨ, ਪਰਸੋਂ ਦਾ ਬਾਬਾ ਜੀ ਦਾ ਹੀ ਮਹਾਂਪੁਰਸ਼ਾਂ ਦਾ, ਕਿਉਂਕਿ ਆਹ ਸਮਾਂ ਬੜਾ ਕਾਲਯੁਗ ਦਾ ਚੱਲ ਰਿਹਾ ਹੈ। ਸਾਧ ਸੰਗਤ ਜੀ, ਗੁਰੂਆਂ ਦੇ ਪੁੱਤਰਾਂ ਨੂੰ ਵੀ ਲੋਕ ਨਹੀਂ ਬਖਸ਼ਦੇ। ਸਾਡੇ ਵਰਗਿਆਂ ਨੂੰ ਤਾਂ ਕੀ, ਗੁਰੂਆਂ ਨੂੰ ਨਹੀਂ ਬਖਸ਼ਿਆ, ਸਾਨੂੰ ਕੀ ਬਖਸ਼ਣਗੇ ਲੋਕ? ਨਿੰਦਾ ਹੀ ਕਰਨੀ ਹੈ। ਤੇ ਨਿੰਦਕ ਤੇ ਸਾਧ ਸੰਗਤ ਜੀ ਵੈਸੇ ਬਹੁਤ ਮਹਾਰਾਜ ਦੀ ਬਾਣੀ 'ਚ ਕਿਹਾ ਵੀ ਨਿੰਦਾ ਕਰੇ ਸੋ ਹਮਰਾ ਮੀਤ, ਉਹ ਸਾਡਾ ਮਿੱਤਰ ਹੈ।
निंदक माए हमारा चीत। निंदक सो जो निंदा लोर है, हमारा जीवन निंदक लोर है। निंदा हमारी प्रेम प्यार, निंदा हमारा करे उधार। निंदक साडा उधार करता है किवें? ਜਿਹੜੇ ਸਾਡੇ ਪਾਪ ਹੁੰਦੇ ਨੇ, ਸਾਡੀਆਂ ਗਲਤੀਆਂ ਹੁੰਦੀਆਂ, ਸਾਡੀਆਂ ਕਮੀਆਂ ਹੁੰਦੀਆਂ ਨੇ, ਉਹ ਕੱਢ ਦਿੰਦਾ, ਉਹਦੇ ਹਿੱਸੇ ਚਲੀਆਂ ਜਾਂਦੀਆਂ ਨੇ। ਇਸ ਕਰਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਕਈ ਲੋਕ ਜਿਹੜੇ ਹਨ ਅਣਜਾਣ ਪੁਣੇ 'ਚ ਨਿੰਦਾ ਕਰ ਦਿੰਦੇ ਹਨ। ਅਧਿਆਤਮਿਕ ਦਾ ਉਹਨਾਂ ਨੂੰ ਪਤਾ ਨਹੀਂ ਹੈ, ਜਿਹੜਾ ਅੰਦਰਲੀ ਗੱਲ ਹੈ ਉਹਦਾ ਸਾਨੂੰ ਪਤਾ ਨਹੀਂ। ਅਸੀਂ ਬਾਹਰਲਾ ਭੇਸ ਦੇਖਦੇ ਹਾਂ, ਅਗੇ ਜੀ ਆਹ ਰੂਪ ਕਿਉਂ ਬਣਾਇਆ। ਹੁਣ ਦੱਸੋ, ਤੁਸੀਂ ਅੰਗਰੇਜ਼ਾਂ ਦੀਆਂ ਪੈਂਟਾਂ ਪਾ ਲਈਆਂ ਤੇ ਬਾਬਾ ਸ੍ਰੀ ਚੰਦ ਵੀ ਪਾ ਲਵੇ ਹੈਂ? ਉਹ ਤਾਂ ਤੁਹਾਡਾ ਨੌਕਰ ਥੋੜ੍ਹਾ ਲੱਗਾ ਹੋਇਆ। ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਸਾਧੂਆਂ ਮਹਾਤਮਾ ਦੇ ਲਿਬਾਸ ਹੁੰਦੇ ਸੀ, ਉਹਨਾਂ ਨੇ ਉੱਦਾਂ। ਨਾਲੇ ਸਾਧੂ ਮਹਾਤਮਾ ਸੰਸਾਰ ਦੇ ਵਸਤਰਾਂ ਦੀ ਤੇ ਖਾਣੇ ਪੀਣੇ ਦੀ ਮੁਥਾਜੀ ਨਹੀਂ ਰੱਖਦੇ। ਇਕੱਲੇ ਥੋੜ੍ਹਾ ਵੀ ਉਹ ਕੱਪੜੇ ਨਹੀਂ ਸੀ ਪਾਉਂਦੇ, ਉਹ ਭੋਜਨ ਪ੍ਰਸ਼ਾਦ ਤੋਂ ਵੀ ਉੱਤੇ ਚਲੇ ਗਏ ਸਨ। ਆ ਗਿਆ ਛਕ ਲਿਆ, ਨਹੀਂ ਤੇ ਕਈ ਮਹੀਨੇ ਕਈ ਸਾਲ ਉਹ ਪਰਮੇਸ਼ਰ ਦੇ ਨਾਮ ਦੇ ਆਸਰੇ ਜੀਂਦੇ ਹਨ। ਉਹ ਨਾਮ ਦਾ ਹੀ ਭੋਜਨ ਕਰਦੇ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ। ਅਸੀਂ ਕੱਪੜੇ ਪਾ ਕੇ ਵੀ ਨੰਗੇ ਆ, ਅਸੀਂ ਵਧੀਆ ਕੱਪੜੇ ਪਾ ਕੇ ਵੀ ਨੰਗੇ ਆ। ਦਰਗਾਹ ਦੇ ਵਿੱਚ ਨੰਗਾ ਦੁਜਕ ਚੱਲਿਆ ਤਾਂ ਦਿਸਾ ਖਰਾ ਡਰਾਵਣਾ। ਤੇ ਬਾਬੇ ਸ੍ਰੀ ਚੰਦ ਜੀ ਵਰਗੇ ਮਹਾਰਾਜ ਕੱਪੜਿਆਂ ਤੋਂ ਬਿਨਾਂ ਵੀ ਕੱਜੇ ਹੋਏ ਹਨ, ਕਿਉਂਕਿ ਗੁਰੂ ਨੇ ਪੜਦੇ ਕੱਜ ਲਏ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਐਵੇਂ ਹੀ ਬਸ ਆਪਣੀ ਸੋਚ ਦੇ ਘੋੜੇ ਪੁੱਠੇ ਪਾਸੇ ਦੌੜਾ ਲਏ ਨੇ। ਨਾਸਤਿਕਤਾ ਦਾ ਜ਼ਮਾਨਾ ਆ ਗਿਆ, ਇਹਦੇ ਵਿੱਚ ਸਾਧ ਸੰਗਤ ਜੀ ਹੁਣ ਚੱਕੀ ਚੱਲਣੀ ਹੈ। ਪਿੱਛੇ ਥੋੜ੍ਹਾ ਜਿਹਾ ਟ੍ਰੇਲਰ ਜਿਹਾ ਦਿਖਾਇਆ ਮਹਾਰਾਜ ਨੇ, ਸਾਲ ਦੇ ਸਭ ਚੀਜ਼ਾਂ ਫੇਲ ਕਰਕੇ ਇੱਕ ਨਿੱਕਾ ਜਿਹਾ ਕੀੜਾ ਭੇਜਿਆ। ਉਹ ਕੀੜੇ ਜਿੰਨੀ ਤਾਕਤ ਪਾਤੀ ਹੈ ਵੀ ਕੰਨਾਂ ਨੂੰ ਹੱਥ ਲਵਾਤੇ ਸਾਰੀ ਦੁਨੀਆ ਨੇ। ਮਹਾਰਾਜ ਕਹਿੰਦੇ ਨਾ, ਨਿੱਕੀ ਕੀੜੀ ਮੈਂ ਕੱਲ ਰੱਖੈ, ਪਸੰਦ ਕਰੇ ਲਸ਼ਕਰ ਕੋਟ ਲੱਖ। ਉਹ ਵਾਹਿਗੁਰੂ ਇੰਨੀ ਕਲਾ ਇੱਕ ਨਿੱਕੀ ਜਿਹੀ ਕੀੜੀ 'ਚ ਪਾ ਸਕਦਾ ਹੈ। ਕੀੜੀ ਤਾਂ ਫਿਰ ਵੀ ਦਿਸਦੀ ਹੈ, ਕਰੋਨੇ ਦਾ ਵਾਇਰਸ ਦਿਸਦਾ ਥੋੜ੍ਹਾ, ਪਰ ਹੈ ਉਹ ਛੋਟਾ ਜਿਹਾ ਇੱਕ ਵਾਇਰਸ ਕੀੜਾ, ਜਿਹਦੇ ਅੰਦਰ ਜਾਂਦਾ ਸੀ ਅਗਾਂਹ ਦੀ ਟਿਕਟਾਂ ਦੇ ਦਿੰਦਾ ਸੀ। ਤੇ ਉਹ ਕਲਾ ਨੇਕੀ ਕੀੜੀ ਮੈਂ ਕੱਲ ਰੱਖੈ, ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਉਹ ਖੇਡ ਅਕਾਲ ਪੁਰਖ ਨੇ ਦਿਖਾਈ ਹੈ। ਥੋੜ੍ਹੇ ਅਜੇ ਵੀ ਸਮਝੋ, ਨਿੰਦਾ ਚੁਗਲੀ ਤੋਂ ਬਾਜ ਆ ਜਾਓ, ਗੁਰੂ ਦਾ ਜਸ ਕਰੋ, ਬਾਣੀ ਨਾਲ ਜੁੜੋ, ਭਜਨ ਕਰੋ, ਕਥਾ ਕੀਰਤਨ ਸੁਣੋ। ਕੀ ਲੈਣਾ ਇਹਨਾਂ ਝਗੜਿਆਂ ਵਿੱਚੋਂ? ਕੋਈ ਕਿਸੇ ਦਾ ਵਾਦ ਵਿਵਾਦ ਕੀਤਾ ਤੁਹਾਡੇ ਨਾਲ ਨਹੀਂ ਜੇ ਜਾਣਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਰੂ ਸੋਹਲਿਆਂ 'ਚ ਲਿਖਦੇ ਨੇ, ਉਹ ਕਹਿੰਦੇ ਬਿਨ ਬਾਦ ਵਿਰੋਧ ਕੋਈ ਨਹੀਂ। ਵਾਦ ਵਿਵਾਦ ਤੋਂ ਕਿਹੜਾ ਬਚਿਆ? ਵਾਦ ਵਿਵਾਦ ਸਾਰੇ ਕਰ ਲੈਂਦੇ, ਝਗੜਾ ਸਾਰੇ ਕਰ ਲੈਂਦੇ। ਕਈ ਲੋਕ ਨਾ ਮੈਨੂੰ ਇੱਦਾਂ ਦੇ ਮਿਲਦੇ, ਉਹ ਸਮਝਦੇ ਵੀ ਜੇ ਅਸੀਂ ਕੋਈ ਔਖਾ ਜਿਹਾ ਸਵਾਲ ਪਾ ਕੇ ਗਿਆਨੀ ਜੀ ਨੂੰ ਚੁੱਪ ਕਰਾਤਾ ਨਾ ਤੇ ਬੜੇ ਸਿਆਣੇ ਆ। ਫਿਰ ਅਸੀਂ ਉਹੀ ਬੜਾ ਵੱਡਾ ਮਾਰਕਾ ਮਾਰ ਲਿਆ ਸੀ। ਕਥਾਵਾਚਕਾਂ ਨੂੰ, ਰਾਗੀਆਂ ਨੂੰ, ਢਾਡੀਆਂ ਨੂੰ, ਕਥਾਵਾਚਕਾਂ ਨੂੰ, ਵਿਦਵਾਨਾਂ ਨੂੰ ਅਸੀਂ ਇਹੋ ਜਿਹਾ ਸਵਾਲ ਪਾਵਾਂਗੇ, ਗੱਲ ਹੀ ਨਹੀਂ ਕਰ ਸਕਣਗੇ। ਹਾਲਾਂਕਿ ਜਵਾਬ ਤਾਂ ਸਾਡੇ ਕੋਲ ਹੁੰਦੇ ਨੇ, ਪਰ ਸਾਨੂੰ ਇਹ ਪਤਾ ਹੁੰਦਾ ਵਿਚਾਰਿਆਂ ਦਾ ਲੈਵਲ ਨਹੀਂ ਹੈਗਾ, ਇਹਨਾਂ ਨੂੰ ਦੱਸੀਏ ਕੀ? ਕਿਉਂਕਿ ਪੜ੍ਹੀ ਦਾ ਜੇ ਪ੍ਰਾਇਮਰੀ ਵੀ ਨਹੀਂ ਤੇ ਸਵਾਲ ਇੱਧਰੋਂ ਉੱਧਰੋਂ ਆਪਣਾ ਸਵਾਲ ਨਹੀਂ ਹੁੰਦਾ। ਇੱਕ ਤਾਂ ਆਪਣਾ ਸਵਾਲ ਹੋਵੇ ਨਾ, ਉਹਦਾ ਜਵਾਬ ਦੇਣਾ ਚੰਗਾ। ਉਹ ਸਵਾਲ ਆਪਣੇ ਮਨ 'ਚ ਪੈਦਾ ਹੋਇਆ, ਸਵਾਲ ਇੰਟਰਨੈਟ ਤੋਂ ਚੁੱਕਿਆ ਹੁੰਦਾ। ਜਿਹੜਾ ਸਵਾਲ ਹਜ਼ਾਰਾਂ ਬੰਦਿਆਂ ਨੇ ਕੀਤਾ ਹੁੰਦਾ ਉਹ ਹੀ ਅਸੀਂ ਕਰ ਦਿੰਦੇ ਹਾਂ, ਤੇ ਅਗਲਾ ਦੇਖ ਲੈਂਦਾ ਵੀ ਇਹ ਸਵਾਲ ਤਾਂ ਰੋਜ਼ ਹੀ ਚੁੱਕਿਆ, ਇਹ ਆਪਣਾ ਸਵਾਲ ਹੈ ਨਹੀਂ ਇਹਦਾ। ਤਾਂ ਉਹ ਜਿਹੜੇ ਲੋਕ ਇੱਦਾਂ ਦੇ ਸਮਝਦੇ ਆ ਵੀ ਅਸੀਂ ਕਿਸੇ ਨੂੰ ਗੱਲ ਨਹੀਂ ਆਉਣ ਦਿੰਦੇ, ਅਸੀਂ ਇਹੋ ਜਿਹੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ੰਕਾ ਹੁੰਦਾ ਕੀ ਹੈ। ਸ਼ੰਕਾ ਜਿਵੇਂ ਆਪਣੇ ਨਿਹੰਗ ਸਿੰਘਾਂ ਦੀ ਬੋਲੀ 'ਚ ਕੋਈ ਪਿਸ਼ਾਬ ਕਰਨ ਜਾਵੇ ਤੇ ਉਹ ਕਹਿੰਦਾ ਮੈਂ ਗੜ੍ਹ ਤੋੜਨ ਚੱਲਿਆ, ਜਾਂ ਕਹਿੰਦਾ ਮੈਂ ਸ਼ਰਲਾ ਮਾਰਨ ਚੱਲਿਆ। ਜਿਹੜੇ ਸਾਧੂ ਸੰਤ ਹੁੰਦੇ ਨੇ, ਉਦਾਸੀ, ਨਿਰਮਲੇ, ਸੰਨਿਆਸੀ, ਉਹਨਾਂ ਦੀ ਬੋਲੀ ਹੋਰ ਹੈ। ਜੇ ਪਿਸ਼ਾਬ ਕਰਨ ਜਾਣਾ ਹੋਵੇ ਉਹ ਕਹਿੰਦੇ ਅਸੀਂ ਲਘੂ ਸ਼ੰਕਾ ਚੱਲੇ, ਲਘੂ ਸ਼ੰਕਾ। ਤੇ ਜੇ ਜੰਗਲ ਪਾਣੀ ਜਾਣਾ ਉਹ ਕਹਿੰਦੇ ਦੀਰਘ ਸ਼ੰਕਾ। ਮੈਂ ਆਪਣੇ ਮਹਾਤਮਾ ਜਿਹਨਾਂ ਕੋਲ ਵਿੱਦਿਆ ਪੜ੍ਹੀ, ਮੈਂ ਕਿਹਾ ਮਹਾਰਾਜ ਜੀ ਇਹ ਕੀ ਹੁੰਦਾ? ਕਹਿੰਦੇ ਪੁੱਤਰ ਬਈ ਜਿਹੜਾ
ਪਿਸ਼ਾਬ ਹੈ ਨਾ, ਇਹ ਸਰੀਰ ਦਾ ਛੋਟੀ ਮੈਲ ਹੁੰਦੀ ਹੈ। ਪਾਣੀ ਪੀਤਾ ਉਹਦੀ ਮੈਲ ਉਹ ਪਿਸ਼ਾਬ ਦੇ ਨਾਲ ਹੀ ਜਾਂਦੀ, ਉਹਨੂੰ ਅਸੀਂ ਕਹਿੰਦੇ ਹਾਂ ਲਘੂ ਸ਼ੰਕਾ। ਲਘੂ ਮੈਨੇ ਛੋਟਾ, ਦੀਰਘ ਮੈਨੇ ਵੱਡਾ। ਕਹਿੰਦੇ ਜਿਹੜੀ ਜ਼ਿਆਦਾ ਖਾਧੇ ਪੀਤੇ ਦੀ ਮੈਲ ਹੁੰਦੀ ਹੈ ਉਹਨੂੰ ਕਹਿੰਦੇ ਦੀਰਘ ਸ਼ੰਕਾ। ਮੈਂ ਕਿਹਾ ਜੀ ਐਸਾ ਕਿਉਂ? ਸ਼ੰਕਾ ਤੇ ਆਪਾਂ ਕੁਐਸਚਨ ਨੂੰ ਕਹਿੰਦੇ ਹਾਂ, ਸਵਾਲ ਨੂੰ ਕਹਿੰਦੇ ਹਾਂ। ਉਹ ਕਹਿੰਦੇ ਪੁੱਤਰ ਉਹ ਦਿਮਾਗ ਦਾ ਸ਼ੰਕਾ ਹੁੰਦਾ, ਉਹ ਦਿਮਾਗ ਦੀ ਗੰਦਗੀ ਹੁੰਦੀ ਹੈ। ਜਿਵੇਂ ਇਹ ਦੋ ਚੀਜ਼ਾਂ ਨੇ ਨਾ ਸਾਡੀਆਂ, ਲਘੂ ਸ਼ੰਕਾ ਤੇ ਦੀਰਘ ਸ਼ੰਕਾ, ਇਹ ਵੇਸਟ ਹੈ ਨਾ, ਸਰੀਰ ਦੀ ਮੈਲ ਹੈ। ਜਿਹੜੀ ਦਿਮਾਗ ਦੇ ਵਿੱਚੋਂ ਗੰਦਗੀ ਨਿਕਲਦੀ ਹੈ ਉਹਨੂੰ ਕਹਿੰਦੇ ਸ਼ੰਕਾ। ਆਖੋ ਸ੍ਰੀ ਵਾਹਿਗੁਰੂ। ਹੋਰ ਕੀ ਹੈ? ਇਹ ਚੁੱਕੀ ਫਿਰਦੇ ਕਈ ਲੋਕ ਬੜੇ ਸਿਆਣੇ, ਮੇਰੇ ਕੋਲ ਬੜੇ ਸ਼ੰਕੇ ਆ ਜੀ। ਉਹ ਫਿਰ ਤੇਰੇ ਕੋਲ ਗੰਦਗੀ ਹੈ ਭਾਈ, ਹੋਰ ਕੀ ਹੈ? ਗੰਦਗੀ ਦਾ ਕਾਹਦਾ ਮਾਣ ਕਰਨਾ ਹੋਇਆ? ਗੰਦਗੀ ਦਾ ਤਾਂ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਵੀ ਮੈਂ ਗੰਦਗੀ ਚੁੱਕੀ ਫਿਰਦਾ। ਸ਼ੰਕਾ ਸੁੱਖ ਥੋੜਾ ਦਿੰਦਾ ਕਿਸੇ ਨੂੰ। ਪਤੀ ਪਤਨੀ ਦੇ ਮਨ 'ਚ ਸ਼ੰਕਾ ਪੈ ਜੇ, ਗ੍ਰਸਤੀ ਉਜੜ ਜਾਂਦੀ ਹੈ। ਭਰਾ ਦੇ ਵਿੱਚ ਸ਼ੰਕਾ ਪੈ ਜੇ, ਘਰ 'ਚ ਡਾਂਗ ਸੋਟਾ ਹੋ ਜਾਂਦਾ, ਕਤਲੋ ਅਰਧ ਹੋ ਜਾਂਦੀ ਹੈ। ਕੋਈ ਸ਼ੰਕਾ ਪਿਓ ਪੁੱਤ 'ਚ ਪੈ ਜੇ, ਰਿਸ਼ਤੇਦਾਰੀ 'ਚ ਸ਼ੰਕਾ ਪੈ ਜੇ, ਦੋਸਤ ਮਿੱਤਰਾਂ 'ਚ ਸ਼ੰਕਾ ਪੈ ਜੇ, ਸਾਰੀ ਦੋਸਤੀ ਖਤਮ ਹੋ ਜਾਂਦੀ ਹੈ। ਜੇ ਗੁਰੂ ਦੇ ਉੱਤੇ ਸ਼ੰਕਾ ਪੈ ਜੇ, ਸਿੱਖੀ ਖਤਮ ਹੋ ਜਾਂਦੀ ਹੈ। ਇਸ ਕਰਕੇ ਭਾਈ ਇਹ ਸ਼ੰਕਿਆਂ ਨੂੰ ਖਤਮ ਕਰਨ ਦਾ ਇੱਕੋ ਤਰੀਕਾ, ਵੱਧ ਤੋਂ ਵੱਧ ਨਾਮ ਜਪੋ, ਬਾਣੀ ਪੜ੍ਹੋ, ਕੀਰਤਨ ਕਥਾ ਸੁਣੋ। ਜਦੋਂ ਸ਼ੰਕਾ ਮਿਟੇਗਾ, ਅੰਦਰ ਸੰਸਾ ਮਿਟੇਗਾ, ਸ਼ਾਂਤੀ ਆਵੇਗੀ। ਮਹਾਰਾਜ ਕਹਿੰਦੇ ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਧੰਨ ਬਾਬਾ ਸ੍ਰੀ ਚੰਦ ਜੀ ਮਹਾਂਪੁਰਸ਼ਾਂ ਬਾਰੇ ਐਸੇ ਅਪਸ਼ਬਦ ਬੋਲਣ ਵਾਲੇ ਵੀਰ, ਉਹ ਆਪਣੀ ਅਕਲ ਨੂੰ ਹੱਥ ਮਾਰੋ, ਸਿਆਣੇ ਬਣੋ, ਗੁਰੂ ਦੀ ਬਾਣੀ ਪੜ੍ਹੋ। ਉਹਨਾਂ ਨੇ ਸਾਧ ਸੰਗਤ ਦੀ ਸਾਰਾ ਜੀਵਨ ਗੁਰੂ ਨਾਨਕ ਦੀ ਮੱਤ ਦਾ ਪ੍ਰਚਾਰ ਕਰਨ ਲਈ ਥਾਂ ਥਾਂ 'ਤੇ ਉਦਾਸੀ ਮਹਾਤਮਾ ਜਾਂਦੇ ਸੀਗੇ। ਪਿੰਡਾਂ ਦੇ ਵਿੱਚ ਜਾ ਕੇ ਧੂਣਾ ਲਾ ਕੇ ਬੈਠ ਜਾਂਦੇ ਸੀ। ਪਿੰਡ ਦੇ ਬੱਚਿਆਂ ਨੂੰ ਬੁਲਾ ਲੈਣਾ, ਭਾਈ ਤੁਹਾਡੇ ਪਿੰਡ 40 ਦਿਨ ਰਵਾਂਗੇ, 40 ਦਿਨ ਦੇ ਵਿੱਚ ਤੁਸੀਂ ਸਾਨੂੰ ਰੋਜ਼ ਆ ਕੇ ਧੂਣੇ 'ਤੇ ਪ੍ਰਸ਼ਾਦਾ ਛਕਾਉਣਾ। ਪਿਆਰ ਬਣ ਜਾਂਦਾ ਜੇ ਕਿਸੇ ਨੂੰ, ਜਿਹਨੂੰ ਪਤਾ ਨਾ ਪ੍ਰਸ਼ਾਦਾ ਛਕਾਉਣਾ। ਇਕੱਲਾ ਭਾਈ ਪ੍ਰਸ਼ਾਦਾ ਨਹੀਂ ਛਕਾਉਣਾ, ਘੰਟਾ 2 ਘੰਟਾ ਬਹਿਣਾ ਸਾਡੇ ਕੋਲ। ਇੱਕ ਪੌੜੀ ਜਪਜੀ ਸਾਹਿਬ ਦੀ ਅਸੀਂ ਤੁਹਾਨੂੰ ਯਾਦ ਕਰਾਵਾਂਗੇ। ਉਦੋਂ ਕਿਹੜੇ ਕਾਇਦੇ ਹੁੰਦੇ ਸੀ? ਉਦੋਂ ਕਿਹੜਾ ਸਾਧ ਸੰਗਤ ਦੀ ਪੋਥੀਆਂ ਹੁੰਦੀਆਂ ਸੀ? ਧਰਤੀ ਦੇ ਉੱਤੇ, ਜ਼ਮੀਨ ਦੇ ਉੱਤੇ ਮਿੱਟੀ ਸਾਫ਼ ਕਰਕੇ ਉੱਤੇ ਊੜਾ ਐੜਾ ਲਿਖਣਾ, ਤੇ ਸਾਧੂਆਂ ਨੇ ਫਿਰ ਲੋਕਾਂ ਨੂੰ ਗੁਰਬਾਣੀ ਸਿਖਾਣੀ। ਤੇ 40 ਦਿਨ ਦੇ ਅੰਦਰ ਘੱਟੋ ਘੱਟ ਜਪਜੀ ਸਾਹਿਬ ਦੇ ਜ਼ਬਾਨੀ ਯਾਦ ਕਰਾ ਦਿੰਦੇ ਸੀ। ਤੇ ਹੁਣ ਸਾਧ ਸੰਗਤ ਜੀ ਕਿਹੜਾ ਜਾ ਕੇ ਕਹਿੰਦਾ, ਮੇਰੇ ਵਰਗਾ ਪ੍ਰਚਾਰਕ ਜਿੱਥੋਂ ਡਾਲਰ ਮਿਲਦੇ ਉੱਥੇ ਕਥਾ ਕਰ ਲੈਂਦੇ ਜਾ ਕੇ। ਫਰੀ 'ਚ ਤੇ ਕਥਾ ਅਸੀਂ ਵੀ ਨਹੀਂ ਕਰਦੇ। ਉਹ ਅਸੀਂ ਉਹਨਾਂ ਸਾਧੂਆਂ ਦੀ ਕੀ ਰੀਸ ਕਰਾਂਗੇ ਜਿਨ੍ਹਾਂ ਨੇ ਫਰੀ ਵਿੱਚ ਗੁਰਬਾਣੀ ਪਿੰਡਾਂ ਜਾ ਕੇ। ਫਿਰ ਇੱਦਾਂ ਦੇ ਕੱਪੜੇ, ਭਗਵੇਂ ਕੱਪੜੇ ਕਿਉਂ ਪਾਉਂਦੇ ਸੀ? ਲੰਗੋਟੀਆਂ ਕਿਉਂ ਲਾਉਂਦੇ ਸੀ? ਜਟਾਂ ਕਿਉਂ ਰੱਖਦੇ ਸੀ? ਇਹ ਵੀ ਸਵਾਲ ਕਰੋਗੇ ਤੁਸੀਂ, ਇਹ ਵੀ ਕੁਐਸਚਨ ਹੈ। ਅਖੇ ਜੀ ਉਹ ਭਗਵੇਂ ਕੱਪੜੇ ਪਾਉਂਦੇ ਸੀ, ਉਹ ਜਟਾ ਰੱਖਦੇ ਸੀ, ਉਹ ਸਵਾਹ ਮਲਦੇ ਸੀ, ਧੂਣੇ ਲਾਉਂਦੇ ਸੀ। ਖਾਲਸਾ ਜੀ ਜੈਸਾ ਦੇਸ਼ ਤੈਸਾ ਭੇਸ। ਤੁਸੀਂ ਇੱਥੇ ਮੈਂ ਪੁੱਛਾਂ, ਤੁਸੀਂ ਅੰਗਰੇਜ਼ੀ 'ਚ ਕਿਉਂ ਗੱਲ ਕਰਦੇ ਹੋ? ਅਖੇ ਜੀ ਸਰਦਾ ਕੋਈ ਨਹੀਂ, ਲੋਕਾਂ ਨੂੰ ਅੰਗਰੇਜ਼ੀ ਸਮਝ ਆਉਂਦੀ ਹੈ। ਉਸ ਵੇਲੇ ਲੋਕਾਂ ਨੂੰ ਜਿਹੜੀ ਬੋਲੀ ਸਮਝ ਆਉਂਦੀ ਸੀ, ਜਿਹੜੀ ਗੱਲ ਸਮਝ ਆਉਂਦੀ ਸੀ, ਜਿਹੜਾ ਭੇਸ ਸਮਝ ਆਉਂਦਾ ਸੀ, ਉਸ ਭੇਸ ਦੇ ਲੋਕਾਂ ਨੂੰ ਸਾਧੂ ਸਮਝਦੇ ਸੀ ਉਹ ਲੋਕ। ਇਸ ਭੇਸ ਵਿੱਚ ਉਹਨਾਂ ਕੋਲ ਅਜੇ ਵੀ ਤੁਸੀਂ ਦਿੱਲੀ ਟੱਪ ਜੋ ਇਸ ਭੇਸ ਜਾ ਕੇ ਕਥਾ ਕਰੋ, ਉਹਨਾਂ ਨੂੰ ਪਤਾ ਨਹੀਂ ਲੱਗਣਾ। ਪਿੰਡਾਂ 'ਚ ਬਿਹਾਰ, ਯੂਪੀ ਚਲੇ ਜਾਓ, ਬੰਗਾਲ, ਕਰਨਾਟਕਾ, ਉਸ ਭੇਸ ਵਿੱਚ ਜਾਓ, ਉਹਨਾਂ ਕਹਿੰਦੇ ਸਾਧੂ ਆਏ ਆ। ਹੁਣ ਸਾਧੂ ਜੋ ਕਿਸੇ ਨੂੰ ਦੱਸੇਗਾ ਅਗਲਾ ਮੰਨੇਗਾ। ਉਹ ਜਪਜੀ ਸਾਹਿਬ ਕੰਠ ਕਰਾ ਹੁੰਦੇ ਸੀ, ਸੁਖਮਨੀ ਸਾਹਿਬ ਪੜ੍ਹਾ ਦਿੰਦੇ ਸੀ। ਲੱਖਾਂ ਲੋਕ ਐਵੇਂ ਦੇ ਨਹੀਂ ਸਿੱਖ ਬਣ ਗਏ। ਸਿੱਖਾਂ ਨੂੰ ਬਣਾਉਣ ਲਈ 500 ਸਾਲ ਸਾਧੂਆਂ ਨੇ ਮਿਹਨਤਾਂ ਕੀਤੀਆਂ, ਘਾਲਣਾ ਘਾਲੀਆਂ। ਫਿਰ ਉਹਨਾਂ ਵਿੱਚੋਂ ਤਤ ਖਾਲਸਾ ਵੀ, ਉਹ ਵੀ ਉਤਰਦੇ ਸੂਰਮੇ ਯੋਧੇ ਜਿਹੜੇ ਦੇਸ਼ ਕੌਮ ਲਈ ਲੜਨ ਲਈ ਆਉਂਦੇ ਸੀ, ਗੁਰੂ ਦੀ ਫੌਜ ਵਿੱਚ ਭਰਤੀ ਹੁੰਦੇ ਸੀ। ਉਹ ਖਾਲਸਾ ਬਣਦਾ ਸੀ। ਪਹਿਲਾਂ ਤਾਂ ਸਾਧ ਸੰਗਤ ਜੀ ਸਿਵਲੀਅਨ ਹੁੰਦੇ ਨੇ, ਫੇਰ ਫੌਜ ਬਣਦੀ ਹੈ ਕਿ ਪਹਿਲਾਂ ਹੀ ਫੌਜ ਬਣ ਜਾਂਦੀ? ਮੈਨੂੰ ਦੱਸੋ। ਸਿਵਲੀਅਨਾਂ ਦੇ ਘਰਾਂ 'ਚ ਬੱਚੇ ਜੰਮਦੇ ਆ, 18 ਸਾਲ ਦੇ ਹੁੰਦੇ, ਫੌਜ 'ਚ ਭਰਤੀ ਕਰਾਏ ਜਾਂਦੇ।
ਇਸੇ ਤਰ੍ਹਾਂ ਇੱਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਵੱਡੀ ਮੂਵਮੈਂਟ ਛੇੜੀ ਸੀ। ਉਸ ਮੂਵਮੈਂਟ ਵਿੱਚੋਂ ਹਜ਼ਾਰਾਂ ਲੱਖਾਂ ਉਦਾਸੀ ਮਹਾਤਮਾ ਸਾਧੂ ਹੋਏ ਸੀ। ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਸੀ, ਕੀਰਤਨ ਕਥਾ ਰਾਹੀਂ ਪਿੰਡਾਂ ਸ਼ਹਿਰਾਂ ਜਾ ਜਾ ਕੇ ਸਿੰਘ ਸਜਾਏ ਸੀ। ਬਾਬਾ ਬਨਖੰਡੀ ਸਾਹਿਬ ਜੀ ਮਹਾਂਪੁਰਸ਼ ਨੇ ਨੇਪਾਲ ਤੋਂ ਲੈ ਕੇ ਰਸ਼ੀਆ ਤੱਕ, ਕਾਬਲ ਤੱਕ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਔਰ ਇਸੇ ਤਰ੍ਹਾਂ ਹੋਰ ਬੜੇ ਬੜੇ ਮਹਾਤਮਾ, ਬਾਬਾ ਸੁਥਰਾ ਸ਼ਾਹ ਜੀ, ਉਹਨਾਂ ਦੇ ਹਾਸ ਰਸ ਦੇ ਬੜੇ, ਉਹ ਵੀ ਇਸੇ ਸੰਪਰਦਾ ਵਿੱਚੋਂ ਸੀ। ਭਾਈ ਫੇਰੂ ਸੱਚੀ ਦਾੜੀ, ਉਹਨਾਂ ਦੀ ਵੀ ਇਹੀ ਵਡਿਆਈ ਸੀ। ਉਹਨਾਂ ਨੇ ਲੰਗਰ ਲਾ ਤੇ ਬੜੇ ਬੜੇ ਵੱਡੇ ਹਜ਼ਾਰਾਂ ਲੋਕ ਲੰਗਰ ਛਕਦੇ ਸੀ ਭਾਈ ਸੱਚੀ ਦਾੜੀ ਦੇ ਲੰਗਰ। 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਮਸੰਦਾਂ ਦੀ ਸੋਧ ਹੋ ਰਹੀ, ਸਭ ਮਸੰਦ ਬੁਲਾਓ ਬਈ, ਪੇਸ਼ ਕਰੋ। ਮਹਾਰਾਜ ਕਹਿੰਦੇ ਸਾਰੇ ਆ ਗਏ। ਉਹ ਲੰਮੀ ਦਾੜੀ ਵਾਲਾ ਨਹੀਂ ਆਇਆ। ਉਹ ਲੰਮੀ ਦਾੜੀ ਸੀ ਨਾ, ਗੋਡਿਆਂ ਤੱਕ 2 ਹਿੱਸਿਆਂ 'ਚ ਵੰਡੀ ਹੋਈ ਸੀ। ਕਈਆਂ ਦਾ ਦਾੜਾ 2 ਹਿੱਸੇ ਜਾਂਦਾ ਨਾ, ਇੱਦਾਂ ਸੀਗਾ। ਤੇ ਬੜਾ ਸੁੰਦਰ ਨੂਰਾਨੀ ਚਿਹਰਾ ਸੀ। 7ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ 4 ਗੁਰੂਆਂ ਦੀ ਉਹਨਾਂ ਨੇ ਸੇਵਾ ਕੀਤੀ ਸੀ। ਉਹ ਨਹੀਂ ਆਇਆ ਲੰਮੀ ਦਾੜੀ, ਇਹਨੂੰ ਦਾੜੀ ਫੜ ਕੇ ਲਿਆਓ ਕਹਿੰਦੇ। ਪਰਖ ਸੀ। 5 ਸਿੰਘ ਭੇਜੇ, ਜਾਓ ਲੰਮੇ ਦੇਸ਼, ਨੱਕੇ ਦੇਸ਼, ਉੱਧਰ ਪਰਾਂ ਪਾਕਿਸਤਾਨ ਵਿੱਚ ਹੈ, ਲਾਹੌਰ ਤੋਂ ਪਰਾਂ। ਉੱਥੋਂ ਜਾ ਕੇ ਵੇਖਿਆ ਬਾਬਾ ਜੀ ਬੈਠੇ ਸਮਾਧੀ ਵਿੱਚ, ਨਾਮ ਜਪਦੇ ਤੇ ਲੰਗਰ ਲੱਗੇ ਆ, ਸੰਗਤਾਂ ਆ ਰਹੀਆਂ, ਖੀਰਾਂ, ਕੜਾਹ, ਪੂੜੀਆਂ ਚੱਲ ਰਹੀਆਂ। ਜਿੰਨੀ ਮਾਇਆ ਇੱਧਰ ਆ ਰਹੀ ਹੈ, ਮੱਥਾ ਟੇਕ ਰਿਹਾ, ਉੱਧਰ ਨਾਲ ਦੀ ਨਾਲ ਲੰਗਰ ਚੱਲ ਰਿਹਾ। ਉਹ ਸਿੰਘਾਂ ਨੇ ਸੋਚਿਆ ਵੀ ਇਹ ਤਾਂ ਵਿਚਾਰਾ ਸਾਧੂ ਬੰਦਗੀ ਵਾਲਾ, ਇਹ ਤਾਂ ਜੋ ਵੀ ਮਾਇਆ ਗੁਰੂ ਦੀ, ਗੁਰੂ ਦੇ ਲੰਗਰ ਤੇ ਲਾ ਰਿਹਾ, ਤੇ ਆਪਾਂ ਇਹਨੂੰ ਦਾੜੀ ਤੋਂ ਕਿਵੇਂ ਫੜ ਕੇ ਲੈ ਜਾਈਏ। ਨਮਸਕਾਰ ਕੀਤੀ, ਬਹਿ ਗਏ ਸਿੰਘ ਫਤਿਹ ਬੁਲਾ ਕੇ। ਸਾਧੂ ਬ੍ਰਹਮ ਗਿਆਨੀ ਸੀ। ਕਹਿਣ ਲੱਗੇ ਆਓ ਖਾਲਸਾ ਜੀ, ਕੀ ਹੁਕਮ ਹੋਇਆ ਸਰਕਾਰ ਦਾ। ਉਹ ਹੁਣ ਝਿਜਕਦੇ ਵੀ ਦੱਸੀਏ ਕਿਵੇਂ ਮਹਾਰਾਜ ਨੂੰ, ਮਹਾਂਪੁਰਸ਼ਾਂ ਨੂੰ। ਉਹ ਕਹਿੰਦੇ ਜਿਹੜਾ ਹੁਕਮ ਹੋਇਆ ਉਹੀ ਮੰਨੋ। ਪਾਤਸ਼ਾਹ ਕਲਗੀਧਰ ਜੀ ਦਾ ਹੁਕਮ ਹੈ, ਮੈਨੂੰ ਦਾੜੀ ਤੋਂ ਫੜ ਕੇ ਲੈ ਜਾਓ। ਉਹ ਕਹਿੰਦੇ ਮਹਾਰਾਜ ਉਹਨਾਂ ਤੋਂ ਮਾਫੀ ਮੰਗ ਲਾਂਗੇ, ਪਰ ਇਹ ਪਾਪ ਸਾਥੋਂ ਨਾ ਕਰਾਓ। ਬਾਬਾ ਜੀ ਨੇ ਆਪ ਆਪਣਾ ਦਾੜਾ ਫੜ ਲਿਆ। ਅਨੰਦਪੁਰ ਸਾਹਿਬ ਤੋਂ, ਉਸ ਇਲਾਕੇ ਤੋਂ ਅਨੰਦਪੁਰ ਸਾਹਿਬ ਆਏ। 10ਵੇਂ ਪਾਤਸ਼ਾਹ ਉੱਠ ਕੇ ਖੜੇ ਹੋ ਗਏ, ਕਹਿੰਦੇ ਆਓ ਭਾਈ ਫੇਰੂ ਸੱਚੀ ਦਾੜੀ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਗੱਲ ਨਾ ਲਾਇਆ। ਕਹਿਣ ਲੱਗੇ ਤੁਸੀਂ ਨਾ ਕੁਝ ਮਾਇਆ ਇੱਥੇ ਭੇਜਿਆ ਕਰੋ, ਉੱਥੇ ਹੀ ਲੰਗਰ ਛਕਾ ਦਿਆ ਕਰੋ, ਤੁਹਾਡੀ ਆਪੇ ਹੀ ਆ ਜਾਂਦੀ। ਗੁਰੂ ਦਾ ਗਰੀਬ ਦਾ ਮੂੰਹ ਗੁਰੂ ਦੀ ਗੋਲ। ਇਹ ਸਾਧ ਸੰਗਤ ਜੀ, ਇਹ ਸੰਪਰਦਾ ਦੇ ਸਾਧੂ ਮਹਾਤਮਾ ਇੰਨੀ ਪੋਥੀਆਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਹੱਥ ਨਾਲ ਲਿਖ ਕੇ ਫਰੀ ਦੇਣੇ। ਅੱਜ ਪ੍ਰੈਸ ਹੈ, ਛਾਪਾ ਹੈ, ਫਿਰ ਵੀ ਅਸੀਂ ਬਿਨਾਂ ਭੇਟਾ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦਿੰਦੇ ਕਿਸੇ ਨੂੰ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪੈਸਾ ਨਹੀਂ ਲਿਆ ਕਿਸੇ ਤੋਂ, ਫਰੀ ਵੰਡਦੇ ਰਹੇ। ਅੱਜ ਅਸੀਂ ਕਹੀਏ ਵੀ ਉਹਨਾਂ ਦੀ ਕੀ ਦੇਣ ਹੈ ਜੀ, ਆਖੇ ਜੀ ਨਿਹੰਗਾਂ ਸਿੰਘਾਂ ਦੀ ਕੀ ਦੇਣ ਹੈ ਜੀ, ਇੱਦਾਂ ਸਵਾਲ ਕਰਦੇ ਆ। ਜਿਨ੍ਹਾਂ ਦੀ ਆਪਣੀ ਕੋਈ ਦੇਣ ਨਹੀਂ ਨਾ, ਉਹ ਦੂਜਿਆਂ ਦੇ ਸਵਾਲ ਚੁੱਕਦੇ ਆ। ਖਾਲਸਾ ਜੀ ਇਤਿਹਾਸ ਪੜ੍ਹਨਾ ਨਹੀਂ, ਉਹੀ ਗੱਲ ਹੈ ਨਾ। ਸਾਵਣ ਦੇ ਮਹੀਨੇ ਗਿੱਦੜ ਜੰਮਿਆ, ਕਹਿੰਦਾ ਇਤਨੀ ਬਰਸਾਤ ਤੋਂ ਹਮਨੇ ਪਹਿਲੀ ਦਫਾ ਦੇਖੀ ਹੈ। ਉਹ ਸਿਆਣਾ ਬੰਦਾ ਕਹਿੰਦਾ ਵੀ ਤੂੰ ਜੰਮਿਆ ਕਦੋਂ ਹੈ। ਇਹ ਸਾਵਣ ਦੇ ਹਰ ਸਾਲ ਆਉਂਦਾ ਤੇ ਮੀਂਹ ਬੜਾ ਪੈਂਦਾ, ਜਦੋਂ ਦੀ ਦੁਨੀਆ ਬਣੀ ਉਹਦਾ ਮੀਂਹ ਪੈਂਦਾ, ਤੇ ਤੂੰ ਮਿੱਤਰਾ ਜੰਮਿਆ ਹੀ ਅੱਜ ਹੈ। ਇਹ ਲੋਕ ਵਿਚਾਰੇ ਜੰਮੇ ਹੀ ਅੱਜ ਨੇ, ਨਾ ਇਹਨਾਂ ਨੂੰ ਕੋਈ ਇਤਿਹਾਸ ਦਾ ਪਤਾ, ਨਾ ਕੋਈ ਗ੍ਰੰਥਾਂ ਦਾ ਪਤਾ, ਨਾ ਊੜੇ ਦਾ ਪਤਾ, ਨਾ ਐੜੇ ਦਾ ਪਤਾ। ਤੇ ਕਿੰਤੂ ਪਰੰਤੂ ਉਹਨਾਂ ਮਹਾਂਪੁਰਸ਼ਾਂ ਤੇ ਜਿਨ੍ਹਾਂ ਨੇ ਗੰਗਾ ਚਲਾਈ ਹੈ, ਬਾਣੀ ਜਾਣ ਆਪ ਨਾ ਦੇਹ ਚੁਰੂ ਭਰ ਬਾਣੀ ਤੇ ਨਿੰਦਾ ਜੇ ਗੰਗਾ ਆਨੀ। ਨਿੰਦਾ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਗੰਗਾ ਚਲਾਈ ਹੈ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ, ਜਿਨ੍ਹਾਂ ਨੇ ਬੜੇ ਬੜੇ ਵੱਡੇ ਤਪ ਕੀਤੇ ਨੇ, ਉਹਨਾਂ ਦੀ ਬਦਨਾਮੀ ਕਰਦੇ ਆ। ਫਿਰ ਸਾਧ ਸੰਗਤ ਜੀ ਲੇਖਾ ਨਹੀਂ ਦੇਣਗੇ ਗੁਰੂ ਦਾ। ਇਸ ਕਰਕੇ ਆਪਾਂ ਸਾਰਿਆਂ ਨੇ ਪਿਆਰ ਨਾਲ ਮਹਾਂਪੁਰਸ਼ਾਂ ਦਾ ਦਿਹਾੜਾ ਮਨਾਉਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪੁੱਤਰ। ਕਈ ਲੋਕ ਕਹਿੰਦੇ ਕਹਿਣਾ ਨਹੀਂ ਮੰਨਿਆ ਪਿਓ ਦਾ। ਸਾਧ ਸੰਗਤ ਜੀ, ਪਿਓ ਪੁੱਤਰ ਦੀ ਗੱਲ ਹੁੰਦੀ ਹੈ, ਮਾਂ ਮਾਰ ਲੈਂਦੀ ਹੈ, ਮਾਰਨ ਨਹੀਂ ਦਿੰਦੀ। ਮਾਂ ਮਾਰ ਲੈਂਦੀ ਹੈ, ਮਾਰਨ ਨਹੀਂ ਦਿੰਦੀ। ਆਪ 100 ਗਾਲਾਂ ਕੱਢ ਲਵੇ ਪਿਓ, ਕੋਈ ਪੁੱਤਰ ਨੂੰ ਦੂਜਾ ਆ ਕੇ ਕਵੇ ਤੇਰਾ ਪੁੱਤ, ਉਸੇ ਵੇਲੇ ਅੱਖਾਂ ਬਦਲ ਲੈਂਦਾ ਕਿ ਤੂੰ ਮੇਰੇ ਪੁੱਤ ਨੂੰ ਕੌਣ ਹੁੰਦਾ ਵੀ ਕਹਿਣ ਵਾਲਾ। ਅਸੀਂ ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ ਕਿ ਨਾਰਾਜ਼ਗੀ ਲੈਣੀ ਹੈ? ਜੇ ਉਹਨਾਂ ਦੇ ਸਾਹਿਬਜ਼ਾਦੇ ਦੀ ਨਰਾਦਰੀ ਕਰਾਂਗੇ, ਗੁਰੂ ਦੀ ਖੁਸ਼ੀ ਥੋੜ੍ਹਾ ਮਿਲੇਗੀ।
इस करके इतने भजन प्रवान करने। हे गोबिंद, हे गोपाल, हे दयाल लाल, प्राणनाथ अनाथ सखे, दीन दर्द निवार, हे समराथे गम पूर्ण मोहे माया